Who said that? I doubt. मैं पूछता हूँ ना, शुरू करो। Okay. एक ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद। गौड़ी महला पंजवा। जिस सिमरत दुख सब जाए, नाम रतन वसे मन आए। जप मन मेरे गोविंद की बाणी, साधु जन राम रसन वखानी रहाओ। एकस बिन नाही दूजा कोय, जाके दृष्ट सदा सुख होए। साजन मीत सखा कर एक, हर हर अक्षर मन में लेख। रवरया सरबत स्वामी, गुण गावे नानक अंतर जामी। रवरया सरबत स्वामी, गुण गावे नानक अंतर जामी। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। हाँ जी, we are at 28th पौड़ी ते आने वालियां चार पौड़ियां जड़ियां ने ये आदेश ते सै आदेश, आद अनील अनाद अनाहत, जुग जुग एको वेस। पातशाह जी आदेश किनू कहने आ? इतो आपां देखांगे। फिर अनाहत, हत जिहड़ा लफज है हतना, ये हुंदा मरना, डेथ। मैनू याद आंदी है दी महाभारत दे विच अश्वत्थामा हतो, जदों युधिष्ठिर झूठ बोलदा है ते जिहदा नास नहीं हो सकदा, जिहड़ा मर नहीं सकदा। फिर आद, जिहड़ा आद सच जुगाद सच असीं पढ़दे ही हां। पर फिर पाशा कहंदे ने कि अनाद, उस तो पहले है अनील। अनील इज स्पॉटलैस, जिन्हों कोई दाग नहीं है, बेदाग। ते अनाहत, आद अनील अनाद। आद ते वो है ही है, वो अनादि भी है, यानी कि अनआद,
ਦੇਖੋ ਕਿਸ ਤਰ੍ਹਾਂ ਮਤਲਬ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ। ਇੱਕ ਤੇ ਹੋ ਗਿਆ ਆਦ, ਜਦੋਂ ਸ਼ੁਰੂ ਹੋਇਆ, ਵੈਨੇਵਰ ਜਿਹੜੀ ਵੀ ਅਸੀਂ ਥਿਊਰੀ ਤੋਂ ਚੱਲੀਏ ਉਸ ਹਿਸਾਬ ਨਾਲ, ਪਰ ਫਿਰ ਕਹਿੰਦੇ ਅਨਾਦ, ਜਦੋਂ ਸ਼ੁਰੂ ਨਹੀਂ ਵੀ ਸੀ ਉਦੋਂ ਵੀ ਉਹ ਸੀ। ਉਹ ਗਾਲਿਬ ਇੱਕ ਥਾਂ ਤੇ ਕਹਿੰਦਾ ਵੀ ਨਾ ਥਾ ਕੁਛ तो खुदा था, कुछ ना होता तो खुदा होता। आद, अनील, दाग रहत है, मैं ਉਹਨੂੰ ਨਮਸਕਾਰ ਕਰਦਾ। ਜਿਹੜਾ ਕਿਹਨੂੰ ਨਮਸਕਾਰ ਕਰਦਾ ਮੈਂ? ਆਦੇਸ਼, ਆਈ ਬਾਓ, ਕਿ ਜਿਹੜਾ ਆਦ ਹੈ, ਸਪਾਟਲੈਸ ਹੈ, ਅਨਾਦ ਹੈ, ਅਨਾਹਤ ਹੈ, cannot be destroyed। ਦੇਖਿਆ ਜਾਏ ਤੇ ਇਹ ਸਾਰੇ ਜਿਹੜੇ ਫੀਚਰਸ ਨੇ, ਇਹ ਸਾਨੂੰ ਮੂਲ ਮੰਤਰ ਦਾ ਚੇਤਾ ਕਰਾਉਂਦੇ ਨੇ ਇਨ ਅ ਵੇ। ਬਾਣੀ ਚ ਜਿੱਥੇ ਵੀ ਕਿਧਰੇ ਕੋਈ ਸਮਝਣ ਦੀ ਦਿੱਕਤ ਆਵੇ, ਫਿਲੋਸੋਫੀਕਲ ਜਾਂ ਕਨਸੈਪਸ਼ਨਲ, ਤੇ ਆਈ ਕੁਡ ਬੀ ਰੋਂਗ, ਪਰ ਮੈਨੂੰ ਇਦਾਂ ਲੱਗਦਾ ਰਿਹਾ ਵੀ ਜਦੋਂ ਵੀ ਅਸੀਂ ਮੂਲ ਮੰਤਰ ਨੂੰ ਸਾਹਮਣੇ ਲੈ ਆਉਂਦੇ ਹਾਂ ਤੇ ਉਹ ਸਾਡੀ ਕਰੂਡ ਫਾਰਮ ਦੇ ਵਿੱਚ ਫਿਲਾਸਫੀ ਹੈ ਤੇ ਸਾਡਾ ਪਾਰ ਉਤਾਰਾ ਹੋ ਜਾਂਦਾ, ਸਾਡੀ ਮਤਲਬ ਜਿਹੜੀ ਹਰਡਲ ਹੁੰਦੀ ਹੈ ਉਹ ਨਿਕਲ ਜਾਂਦੀ ਹੈ। ਇਟਸ ਮਾਈ ਓਨ ਐਕਸਪੀਰੀਅੰਸ। ਆਦੇਸ਼ ਤੇ ਆਦੇਸ਼, ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਇੱਕੋ ਵੇਸ। ਹੁਣ ਜੁਗ ਜੁਗ ਇਹ ਇੱਕੋ ਵੇਸ ਕੀ ਹੈ? ਜਸਟ ਵਨ, ਕੋਈ ਚੇਂਜ ਨਹੀਂ ਆ ਉਹਦੇ ਚ। ਮੈਂ ਸੋਚਦਾ ਕਿ ਮੈਂ ਉਹਨੂੰ ਪੂਜਣ ਵਾਲਾ ਵਾਂ, ਤੇ ਕੀ ਮੇਰੇ ਚ ਕੋਈ ਇਹੋ ਜਿਹਾ ਗੁਣ ਹੈਗਾ? ਮੈਂ ਤੇ ਉਹ ਕਹਿੰਦੇ ਨੇ ਕਿ ਪਲ ਚ ਤੋਲਾ ਤੇ ਪਲ ਚ ਮਾਸਾ ਵਾਂ। ਮੈਨੂੰ ਤੇ ਬਦਲਦੇ ਹੀ ਟਾਈਮ ਨਹੀਂ ਲੱਗਦਾ। ਮੈਂ ਤੇ ਸਰੇਆਮ ਝੂਠ ਮਾਰ ਜਾਣਾ, ਮੁੱਕਰ ਜਾਣਾ, ਬੈਕ ਆਊਟ ਕਰ ਜਾਣਾ। ਫਿਰ ਮੈਂ ਇਹ ਵੀ ਚਾਹਨਾ ਕਿ ਮੇਰੇ ਨਾਲ ਰੱਬ ਜੀ ਪਿਆਰ ਕਰੇ, ਜਾਂ ਮੈਂ ਰੱਬ ਜੀ ਦੇ ਨੇੜੇ ਹੋਵਾਂ। ਮੈਂ ਜੇ ਉਹਦੀਆਂ ਫੀਚਰਸ, ਉਹਦੀਆਂ ਆਦਤਾਂ, ਉਹਦੇ ਗੁਣ ਅਡਾਪਟ ਨਹੀਂ ਕਰਨਾ ਚਾਹੁੰਦਾ, ਇੰਬਾਈਬ ਨਹੀਂ ਕਰਨਾ, ਇਨਕਲਕੇਟ ਨਹੀਂ ਕਰਨਾ ਚਾਹੁੰਦਾ ਉਹਦੀਆਂ ਆਦਤਾਂ, then how can I get closer to his relationship? That's the thought. ਹੁਣ ਇਹਦਾ ਪਾਠ ਕਰੀਏ, ਕਿਉਂਕਿ ਇਹਦੇ ਚ ਕਾਫੀ ਉਚਾਰਨ ਦੇ ਪੱਖੋਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਆਈ ਪੰਥੀ ਸਗਲ ਜਮਾਤੀ। ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ। ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਏਕੋ ਵੇਸ। Apparently ਇੱਕ ਗੱਲ ਹੋ ਰਹੀ ਹੈ ਜੋਗੀਆਂ ਨੂੰ ਮੁਖਾਤਬ ਕਰ। ਜੋਗੀਆਂ ਦੇ ਨਾਲ ਪਹਿਲੇ ਪਾਤਸ਼ਾਹ ਜੀ ਇੰਨਾ ਮਿਲੇ ਨੇ time and again, ਤੇ it won't be out of place to understand ਕਿ ਮੁਖਤਲਿਫ ਸਮਿਆਂ ਤੇ different times during his travels
ਕਿਉਂਕਿ ਜੋਗੀ ਵੀ ਟਰੈਵਲਰ ਸਨ ਤੇ ਗੁਰੂ ਸਾਹਿਬ ਗਾਏ ਬਗਾਏ ਉਹਨਾਂ ਨੂੰ ਕਿਧਰੇ ਨਾ ਕਿਧਰੇ ਮਿਲ ਜਾਂਦੇ ਸਨ। ਜਿੱਥੇ ਵੀ ਮਿਲਦੇ ਸਨ ਉੱਥੇ ਮੁਲਾਕਾਤ ਹੁੰਦੀ ਸੀ, ਗੱਲਬਾਤ ਹੁੰਦੀ ਸੀ। ਤੇ every time there would be exchange of the opinions, beliefs, ਤੁਹਾਡਾ belief system ਕੀ ਹੈ, ਸਾਡਾ belief system ਕੀ ਹੈ। ਜੋਗੀ ਹਮੇਸ਼ਾ ਹੀ ਜ਼ੋਰ ਲਾਉਂਦੇ ਸਨ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿੰਨੀਆਂ ਵੀ ਗੁਰੂ ਗ੍ਰੰਥ ਨੂੰ ਮੰਨਣ ਵਾਲੀਆਂ ਸੁਸਾਇਟੀਜ਼ ਨੇ, organizations ਨੇ, they have little difference of their lifestyle, of their faith, you can say, the way they believe or the way they pray, the way they perform their religious responsibilities. ਤੇ ਉਹ ਸਾਰੇ ਇਦਾਂ ਕਰਦੇ ਨੇ ਕਿ ਡਿਫਰੈਂਸ ਆਫ ਓਪੀਨੀਅਨ ਹੁੰਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ, ਜੇ ਮੇਰੀ ਇੱਕ ਆਰਗੇਨਾਈਜੇਸ਼ਨ, ਕਿ ਅਸੀਂ ਕੋਈ ਮਿਲੇ ਤੇ ਅਸੀਂ ਉਹਨੂੰ ਆਪਣੇ ਨਾਲ ਮਿਲਾ ਲਈਏ, ਗੁਰੂ ਦੇ ਨਾਲ ਨਹੀਂ। ਜਦੋਂ ਅਸੀਂ ਕਿਸੇ ਨੂੰ ਮਿਲਦੇ ਵੀ ਹਾਂ ਤੇ ਤੁਸੀਂ ਅੰਮ੍ਰਿਤਧਾਰੀ ਹੈ ਜੀ? ਹਾਂਜੀ ਅੰਮ੍ਰਿਤਧਾਰੀ। ਅਸੀਂ ਜੀ ਅਖੰਡ ਕੀਰਤਨੀ ਜਥੇ ਦਾ ਅੰਮ੍ਰਿਤ ਛਕਿਆ। ਅਸੀਂ ਜੀ ਫਲਾਣਿਆਂ ਦਾ ਅੰਮ੍ਰਿਤ, ਅਸੀਂ ਟਕਸਾਲੀਆਂ ਦਾ ਅੰਮ੍ਰਿਤ। ਗੁਰੂ ਦਾ ਅੰਮ੍ਰਿਤ ਕਿਸੇ ਨਹੀਂ ਛਕਿਆ। ਅਸੀਂ ਜੀ ਉਹਨਾਂ ਦੇ ਨਾਲ ਸ਼ਿਰਕਤ ਕਰਦੇ ਹਾਂ, ਅਸੀਂ ਉਸ ਗਰੁੱਪ ਨੂੰ ਬਿਲੋਂਗ ਕਰਦੇ ਹਾਂ। ਗੁਰੂ ਦਾ ਗਰੁੱਪ ਹੈ ਹੀ ਕੋਈ ਨਹੀਂ ਸਾਡੇ ਕੋਲ। ਹੈਂਸ ਇਜ਼ ਦਾ ਰਿਜ਼ਲਟ। ਸੋ ਐਂਡ ਤੇ ਜਾ ਕੇ ਫਿਰ ਗੁਰੂ ਸਾਹਿਬ ਨੇ ਅਚਲ ਬਟਾਲੇ ਫਾਈਨਲ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਫਿਰ ਜੋਗੀਆਂ ਨੇ ਵੀ ਸੋਚਿਆ ਕਿ ਅਸੀਂ ਅੱਜ ਤਹਿ ਲਾ ਦਈਏ ਇਹਦੀ। ਬਥੇਰੀ ਵਾਰੀ ਸਾਰੀ ਉਮਰ ਇਹਨੇ ਤੰਗ ਕੀਤਾ ਸਾਨੂੰ। ਗੁਰੂ ਸਾਹਿਬ ਵੀ ਕਹਿੰਦੇ ਵੀ ਅੱਜ ਚਲੋ ਕਨਕਲੂਡ ਕਰ ਲਈਏ। ਤੇ ਉੱਥੇ ਫਿਰ ਫਾਈਨਲ ਜਿਹੜੀ ਗੱਲਬਾਤ ਉਹਨਾਂ ਨਾਲ ਹੋਈ। ਕਿਹੜੀ ਗੱਲਬਾਤ ਸਾਨੂੰ ਨਹੀਂ ਪਤਾ। ਫਿਰ ਉੱਥੋਂ ਗੁਰੂ ਸਾਹਿਬ ਚਲੇ ਗਏ ਤੇ ਜਦੋਂ ਉੱਠ ਕੇ ਗਏ ਨੇ, ਉਸ ਵੇਲੇ ਫਿਰ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਲਿਖੀ। ਸਿੱਧ ਗੋਸ਼ਟ ਅਚਲ ਬਟਾਲੇ ਦੀ ਰੈਫਰੈਂਸ ਦੇ ਵਿੱਚ ਨਹੀਂ ਹੈ। ਸਿੱਧ ਗੋਸ਼ਟ ਜੋਗੀਆਂ ਦੇ ਨਾਲ ਮੁਖਤਲਿਫ ਸਮਿਆਂ ਦੇ ਵਿੱਚ ਗੱਲਬਾਤ, ਉਹਦੀ ਜਿਸਟ ਹੈ। ਇਹ ਵੀ ਉਸ ਮੁਖਤਲਿਫ ਸਮਿਆਂ ਦੇ ਵਿੱਚੋਂ ਇੱਕ ਵਾਰੀ ਦੀ ਗੱਲਬਾਤ ਹੈ ਕਿ ਪਾਤਸ਼ਾਹ ਕਹਿੰਦੇ ਨੇ ਕਿ ਜੋਗੀ ਜੀ, ਅੱਛਾ ਜੋਗ ਐਜ਼ ਵੀ ਹੈਵ ਲਰਨਡ ਕਿ ਦਾ ਇੱਕ ਮਹਿਣਾ ਜਿਹੜਾ ਉਹ ਮਿਲਾਪ ਵੀ ਹੈ, ਮਿਲਣਾ। ਫਿਰ ਕੇ ਅੱਗੇ ਰੱਖੀਏ ਜਿਤ ਦਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਸਾਰੀ ਉਹ ਗੱਲ ਜਿਹੜੀ ਕਿ ਕਿਨ ਬਿਦ ਮਿਲੋਂ ਗੁਸਾਈ ਮੇਰੇ ਰਾਮ ਰਾਏ, ਕਿਨ ਬਿਦ ਸਾਗਰ ਤਰੀਏ, ਜੀਵ ਧਿਆਨਾ ਮਰੀਏ। ਸੋ ਇਹ ਪੁੱਛਣਾ ਕਿ ਮੈਂ ਕਿਵੇਂ ਮਿਲਾਂ, ਜਿਸ ਤਰ੍ਹਾਂ ਹਉ ਘੋਲੀ ਜਿਉ ਘੋਲ ਘੁਮਾਈ ਵਾਲਾ ਜਿਹੜਾ ਸ਼ਬਦ ਹੈ, ਉਹਦੇ ਚ ਹੈਗਾ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਏ, ਤ੍ਰਿਠਨ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆ। ਹਉ ਘੋਲੀ ਜਿਉ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆ। ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗੱਲ ਲਾਵੇ। There are so many examples ਕਿ ਜਿਹੜਾ ਕੌਜ਼ਾ ਪ੍ਰਾਈਮਾ ਹੈ ਸਿੱਖ ਦਾ, ਉਹ ਰੱਬ ਜੀ ਦੇ ਨਾਲ ਅਭੇਦ ਹੁੰਦਾ ਹੀ ਹੈ। ਅਸੀਂ ਉਹਨੂੰ ਸਚਿਆਰ ਕਹਿ ਲੈਂਦੇ ਹਾਂ, ਕੋਈ ਗੁਰਬਾਣੀ ਬੰਨਾ ਕਹਿ ਲੈਂਦਾ, ਕੋਈ ਉਹਦੇ ਡੋਮੇਨ ਚ ਰਹਿਣਾ ਕਹਿ ਲੈਂਦਾ, ਗੱਲ ਇੱਕੋ ਹੀ ਹੈ। ਹੁਣ ਇੱਥੇ ਪਾਤਸ਼ਾਹ ਕਹਿੰਦੇ ਨੇ ਕਿ ਜੋਗੀ ਜੀ ਅਪੈਰੈਂਟਲੀ, ਮਤਲਬ ਜਿਹੜੀ ਗੱਲ ਜਿਸ ਤਰ੍ਹਾਂ ਸਮਝ ਆਉਂਦੀ ਪਈ ਹੈ, ਹੁਣ ਇੱਕ ਖਾਸ ਜਿਹੜਾ ਗਰੁੱਪ ਹੈ ਉਹ ਖਾਸ ਅਟਾਇਰ ਦੇ ਵਿੱਚ ਬਿਲੀਵ ਕਰ ਰਿਹਾ, ਅੱਜ ਵੀ ਹੈਗਾ। ਕੋਈ ਕਹਿੰਦੇ ਨੇ ਜੀ ਨਹੀਂ ਤੁਸੀਂ ਦੁਮਾਲਾ ਇੰਨਾ ਵੱਡਾ ਸਜਾਓਗੇ, ਨਹੀਂ ਜੀ ਕਿਰਪਾਨ ਇੱਕ ਥੱਲੇ ਧਾਗੇ ਚ ਪਾਓ ਤੇ ਇੱਕ ਉੱਤੇ ਪਾਓ, ਨਹੀਂ ਜੀ ਕਛਹਿਰਾ ਜਿਹੜਾ ਉਹ ਬ੍ਰੇਕਾਂ ਵਾਲਾ ਹੋਵੇ ਕਿ ਤੁਹਾਡਾ ਜਦੋਂ ਪੈਰ ਕਿਧਰੇ ਗਲਤ ਪਾਸੇ ਜਾਵੇ ਤੇ ਉਹ ਕਛਹਿਰਾ ਬ੍ਰੇਕ ਲਾ ਦੇਵੇ। ਵੀ ਤੁਹਾਡੀ ਸੁਰਤ ਦੇ ਵਿੱਚ ਬ੍ਰੇਕ ਨਹੀਂ ਹੈਗੀ ਤੇ ਕੱਪੜਾ ਬ੍ਰੇਕ ਲਾ ਦੂਗਾ।
but that's their belief. ਇਸੇ ਤਰ੍ਹਾਂ ਜੋਗ, ਇਹ ਜਿਹੜੇ ਯੋਗ ਮਤ ਵਾਲੇ ਸੀਗੇ, ਇਹਨਾਂ ਦਾ ਵੀ ਹਰ ਚੰਦ ਇਹ ਕੋਸ਼ਿਸ਼ ਸੀ ਕਿ ਸਾਡੇ ਗਰੁੱਪ 'ਚ ਕੋਈ ਆ ਜਾਏ। ਤੇ ਖਾਸ ਤੌਰ ਤੇ ਗੁਰੂ ਨਾਨਕ ਵਰਗੇ ਜਦੋਂ ਸੂਝਵਾਨ ਉਹਨਾਂ ਨੂੰ ਨਜ਼ਰ ਆਉਂਦੇ ਸਨ, ਤੇ ਕਈ ਵਾਰੀ ਮਿਲ ਚੁੱਕੇ ਸਨ, ਐਂਡ ਉਹਦੇ ਕੋਲ ਲੌਜਿਕ ਬੜਾ ਜ਼ਬਰਦਸਤ ਸੀ, ਗੁਰੂ ਨਾਨਕ ਦੇ ਕੋਲ ਢੰਗ ਜਿਹੜਾ ਸੀ ਉਹਨਾਂ ਦਾ ਡਾਇਲੌਗ ਦਾ ਬਹੁਤ ਕਮਾਲ ਸੀ। ਉਹ ਚਾਹੁੰਦੇ ਸਨ ਕਿ ਸਾਡੇ ਨਾਲ ਆਉਣ, ਪਰ ਉਹ ਕਾਮਯਾਬ ਨਹੀਂ ਹੋਏ। ਹਾਊਐਵਰ, ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੋਗੀ ਜੀ, ਤੁਸੀਂ ਮੁੰਦਾਂ ਪਾਈਆਂ ਜੀ, ਤੁਸੀਂ ਤੁਹਾਡੇ ਕੋਲ ਉਹ ਪਾਤਰ ਹੈ, ਖੱਪਰ ਜਿਹਨੂੰ ਕਹਿੰਦੇ ਆ ਅਸੀਂ, ਜਿਹਨੂੰ ਫੜ ਕੇ ਉਹ ਜਿਹੜਾ ਉਹਨਾਂ ਦਾ ਬੋਲ ਹੁੰਦਾ ਨਾ, ਜਿਹਦੇ ਨਾਲ ਉਹ ਬੈਗ ਕਰਦੇ ਆ ਜਾ ਕੇ, ਖੱਪਰ ਕਹਿੰਦੇ ਆ, ਪਾਤਰ, ਖੱਪਰ। ਖਿਆਲ ਰਹੇ ਕਿ ਉਹਨਾਂ ਦੇ ਸਿੰਬਲਸ ਨੇ ਕੁਝ ਜੋਗੀਆਂ ਦੇ, ਸਿੰਬਲਸ ਕਹਿ ਲਓ, ਉਹਨਾਂ ਦਾ ਅਟਾਇਰ ਪਾਰਟ ਕਹਿ ਲਓ, ਔਰ ਉਹਨਾਂ ਦੀਆਂ ਜਿਹੜੀਆਂ the way they move, and they are their necessities of their faith. ਮੁੰਦਰਾਂ ਪਾਣੀਆਂ, ਖੱਪਰ ਹੱਥ 'ਚ ਫੜਨਾ, ਝੋਲੀ ਜਿਹੜੀ ਹੈ ਨਾ ਉਹ ਗੋਦੜੀ ਕਹਿੰਦੇ ਆ ਉਹਨੂੰ, ਤੇ I cannot ਝੋਲੀ is a kind of bag that they carry, and ਉਹ ਬੈਗ ਨਵੇਂ ਕੱਪੜੇ ਦਾ ਨਹੀਂ ਰੱਖਦੇ, ਉਹ ਬੈਗ ਪੈਚ ਵਰਕ ਦਾ ਹੁੰਦਾ। ਅੱਜ ਦੀ ਹਿਸਾਬ ਦੇ ਨਾਲ ਤੇ ਪੈਚ ਵਰਕ ਮਹਿੰਗਾ ਜਿਹੜਾ ਕੱਪੜਾ ਹੈ, but that's the way they are। ਭਈ ਪਾਟਾ ਜਿਹਾ ਕੱਪੜਾ ਲੈ ਕੇ ਉਹਨੂੰ ਸੀ ਸੂ ਕੇ ਉਹਦੀ ਗੋਦੜੀ ਬਣਾ ਲਈ, ਉਹਦੇ ਅੰਦਰ ਕੰਪਾਰਟਮੈਂਟਸ ਬਣਾ ਲਏ ਕਿ ਇੱਕ ਪਾਸੇ ਦਾਲ ਪੈ ਗਈ, ਇੱਕ ਪਾਸੇ ਚੌਲ ਪੈ ਗਏ, ਇੱਕ ਪਾਸੇ ਆਟਾ ਪੈ ਗਿਆ, ਲਾਈਕ ਦੈਟ। ਤੇ ਉਹ ਗਜ਼ਾ ਕਰਨ ਕਹਿੰਦੇ ਨੇ ਵੀ ਜਿੱਥੇ ਜਾਂਦੇ ਸੀ ਉਹ ਮੰਗਦੇ ਸੀ, ਐਂਡ ਉੱਥੋਂ ਜਾ ਕੇ ਉਹ ਫਿਰ ਸਾਰਾ ਲੈ ਕੇ ਆਉਂਦੇ ਸੀ ਘਰ। ਹੁਣ ਖਿਆਲ ਰਹੇ ਕਿ ਇਹੀ ਗੱਲ ਜਿਹੜੀ ਹੈ ਗੁਰੂ ਸਾਹਿਬ ਨੇ ਬਚਪਨ 'ਚ ਜਿੰਨਾ ਸਾਧੂਆਂ ਨੂੰ ਅੰਮ੍ਰਿਤ ਛਕਾਇਆ, ਲੰਗਰ ਛਕਾਇਆ, ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਤੁਸੀਂ ਘਰ-ਬਾਰ ਤਿਆਗ ਕੇ ਆ ਗਏ ਹੋ, ਤੇ ਤੁਸੀਂ ਕਹਿੰਦੇ ਹੋ ਵੀ ਹੁਣ ਤੁਸੀਂ ਵਾਨਪ੍ਰਸਥ ਚੱਲੇ ਹੋ ਵਨਾਂ ਨੂੰ, ਤੇ ਇਸ ਤੋਂ ਬਾਅਦ ਤੁਸੀਂ ਸੰਨਿਆਸ ਲੈਣਾ ਹੈ, ਤੇ ਤੁਸੀਂ ਘਰ-ਬਾਰ ਤਿਆਗਿਆ ਕਿੱਥੇ ਹੈ, ਰੋਟੀ ਕਿੱਥੇ ਖਾਂਦੇ ਹੋ? ਉਹ ਕਹਿੰਦੇ ਜੀ ਅਸੀਂ ਗ੍ਰਸਤੀਆਂ ਦੇ ਘਰ। ਤੇ ਕਹਿੰਦੇ ਫਿਰ ਤੁਸੀਂ ਗ੍ਰਸਤ ਦਾ ਤਿਆਗ ਕਿਵੇਂ ਕੀਤਾ? ਆਪਣਾ ਗ੍ਰਸਤ ਛੱਡ ਆਏ ਹੋ ਤੇ ਲੋਕਾਂ ਦੇ ਗ੍ਰਸਤ ਦੇ ਵਿੱਚ ਜਾ ਕੇ ਖਾਂਦੇ ਹੋ, ਵਾਟਸ ਦ ਡਿਫਰੈਂਸ? ਸੋ ਸੇਮ ਜਿਹੜੀਆਂ ਉਹਨਾਂ ਦੇ ਲਾਈਫ ਸਟਾਈਲ ਸੀਗਾ, ਉਹਦੀਆਂ ਗੱਲਾਂ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ, ਜੋਗੀ ਜੀ ਤੁਸੀਂ ਮੁੰਦਰਾਂ ਪਾਈਆਂ ਨੇ, ਤੁਸੀਂ ਸੰਤੋਖ ਦੀਆਂ ਮੁੰਦਰਾਂ ਪਾਓ। ਇਹ ਤੁਹਾਡੀ ਅਵੇਅਰਨੈਸ ਹੈ ਕਿ ਤੁਸੀਂ ਮੁੰਦਰਾਂ ਦੇ ਵਿੱਚ ਬਿਲੀਵ ਕਰਦੇ ਹੋ। ਸ਼ਰਮ ਜਿਹੜਾ ਹੈ, ਇੱਥੇ ਸ਼ਰਮ ਨਹੀਂ ਕਦੇ ਵੀ ਪੜਨਾ, ਇਹਨੂੰ ਸ਼ਰਮ ਪੜਨਾ, ਮਿਹਨਤ, ਸ਼ਰਮ ਨਹੀਂ ਹੈ। ਭਈ ਤੁਸੀਂ ਕੁਝ ਕਰੋ, ਤੁਸੀਂ ਤੇ ਵਿਹਲੜ ਖਾਂਦੇ ਹੋ, ਜਿਹਨੂੰ ਗੁਰੂ ਸਾਹਿਬ ਦੇ ਬੇਸਿਕ 3 ਅਸੂਲ ਜਿਹੜੇ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਉਹਦੇ ਵਿੱਚੋਂ ਆਉਂਦਾ। ਫਿਰ ਸ਼ਰਮਪਤ ਝੋਲੀ, ਤੁਹਾਡਾ ਜਿਹੜਾ ਪਾਤਰ ਹੈ ਮਿਹਨਤ ਦਾ, ਤੇ ਝੋਲੀ ਵੀ ਮਿਹਨਤ ਵਾਲੀ ਹੋਵੇ। ਵਾਈ ਡੂ ਯੂ ਹੈਵ ਟੂ ਬੈਗ? ਧਿਆਨ ਕੀ ਕਰੇ ਵਿਭੂਤ। ਅੱਛਾ, ਜੋਗੀ ਵਿਭੂਤ ਲਾਉਂਦੇ ਸਨ, ਨਾਲ ਆਪਾਂ ਗੱਲ ਕਰੀ ਚੱਲਾਂਗੇ ਕਿ ਉਹ ਕੀ ਕਰਦੇ ਸਨ। ਉਹ ਸਵਾਹ ਮਲਦੇ ਸਨ ਆਪਣੇ ਬਦਨ ਤੇ, ਇਹ ਕਹਿਣ ਲਈ ਕਿ ਅਸੀਂ ਜਿੱਥੇ ਵੀ ਜਾਂਦੇ ਆ ਅਲੱਖ ਜਗਾਨੇ ਆ। ਅਲੱਖ ਜਗਾਨਾ ਮੀਨਸ ਦੇ ਵੁੱਡ ਕਾਲ ਫॉर ਦਾ ਅਟੈਂਸ਼ਨ, ਅਲੱਖ ਨਿਰੰਜਨ, ਭਈ ਰੱਬ ਜਿਹੜਾ ਉਹ ਉਹਨੂੰ ਦੇਖਿਆ ਨਹੀਂ ਜਾ ਸਕਦਾ। ਤੇ ਉਹ ਕਹਿੰਦੇ ਸੀ, ਉਹਨਾਂ ਦਾ ਬਿਲੀਫ ਸੀ ਕਿ ਜਦੋਂ ਅਸੀਂ ਕਿਸੇ ਦੁਨਿਆਵੀ ਜੀਵ ਨੂੰ ਮਿਲਣ ਜਾਂਦੇ ਆ, ਜਾਂ ਜਿਹਦੇ ਘਰੋਂ ਖਾਣ ਜਾਂਦੇ, ਮੰਗਣ ਜਾਂਦੇ ਆ, ਅਸੀਂ ਉਹਨੂੰ ਅਹਿਸਾਸ ਦਵਾਨੇ ਆ, ਅਵੇਅਰਨੈਸ 'ਚ ਉਹਨੂੰ ਲੈ ਕੇ ਆਨੇ ਆ ਕਿ ਦੇਖ ਤੂੰ ਮਿੱਟੀ ਹੋ ਜਾਣਾ, ਗੁਮਾਨ ਨਾ ਕਰ। ਇਸ ਕਰਕੇ ਅਸੀਂ ਆਪਣੇ ਸਰੀਰ ਤੇ ਮਿੱਟੀ ਪਾਈ ਹੋਈ ਹੈ। ਆਈਡੀਆ ਬੜਾ ਵਧੀਆ ਸੀ, ਪਰ ਗੁਰੂ ਸਾਹਿਬ ਕਹਿੰਦੇ ਭਈ ਤੁਸੀਂ ਮਿੱਟੀ ਤੇ ਪਾਈ ਹੈ,
ਪਰ ਤੁਸੀਂ ਤਾਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹੋ ਨਾ। ਤੁਹਾਡਾ ਧਿਆਨ ਕਿੱਥੇ ਹੈ? ਤੁਹਾਡਾ ਧਿਆਨ ਤੇ ਹੈ ਵੀ ਅੱਗੇ ਕਿੱਥੇ ਚੱਲੀਏ, ਅੱਗੇ ਜਾ ਕੇ ਕਿੱਥੇ ਮੰਗੀਏ। ਤੁਸੀਂ ਜੰਗਲਾਂ ਦੇ ਵਿੱਚ ਡੇਰਾ ਲਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਗਜ਼ਾ ਕਰਨੀ ਹੈ। ਵੀ ਹੈਵ ਟੂ ਬੈਗ, ਵੀ ਹੈਵ ਟੂ ਗੋ ਐਂਡ ਕਲੈਕਟ ਫੂਡ। ਸੋ ਕਹਿੰਦੇ ਵੀ ਤੁਸੀਂ ਕੀ ਕਰੋਗੇ? ਕਹਿੰਦੇ ਜੇ ਤੁਸੀਂ ਮੁੰਦਰਾਂ ਪਾਣੀਆਂ ਨੇ, ਸੰਤੋਖ ਦੀਆਂ ਪਾਓ। ਸੰਤੋਖ ਕੀ ਹੈ? ਸਾਡੇ ਚ ਵੀ ਇਹ ਬੜਾ ਇੰਪੋਰਟੈਂਟ ਸਵਾਲ ਹੁੰਦਾ ਹੈ ਕਿ ਕੀ ਮੈਨੂੰ ਸੰਤੋਖ ਹੈ? ਅਸੀਂ ਪੜ੍ਹਿਆ ਸੀ, ਸੁਣਿਆ, ਸਤ, ਸੰਤੋਖ, ਗਿਆਨ। ਫਿਰ ਸੰਤੋਖ ਜਿਹੜਾ ਹੈ, ਅਸੀਂ ਅਕਸਰ ਗੱਲ ਕੀਤੀ ਸੀ ਕਿ ਸਤ ਸੰਤੋਖ ਇਕੱਠਾ ਹੈ, ਪਰ ਇੱਥੇ ਸਿਰਫ ਸੰਤੋਖ ਹੈ। ਮੀਨਸ ਸਬਰ, ਸ਼ੁਕਰ, ਥੈਂਕਫੁਲਨੈਸ। ਡੂ ਆਈ ਹੈਵ ਇਟ? ਹੁਣੇ ਵੀਰ ਜੀ ਕਹਿ ਰਹੇ ਸਨ ਕਿ as far as I get up in the morning, hale and hearty, ਮੇਰੇ ਹੱਡ ਪੈਰ ਚੱਲਦੇ ਪਏ ਹੈ। ਤੇ ਇਹ ਚੋਂ ਕਈ ਮੇਰੇ ਵਰਗੇ ਜਿਹੜੇ ਉਹ ਕਹਿੰਦੇ ਚਲੋ ਬਈ ਉਠੋ, ਵਾਕ ਕਰਨ ਜਾਓ ਮਨੇਰੇ। ਅੱਛਾ ਵੀ ਚਲੋ ਧੁੱਪ ਜ਼ਿਆਦਾ ਚੜਾ ਨਹੀਂ ਹੈ, ਪਹਿਲੇ ਗੋਲਫ ਖੇਡਾਓ। ਚਲੋ ਅੱਜ ਲੇਟ ਉੱਠੇ ਆ, ਚਲੋ 9 ਹੋਲੀ ਖੇਡ ਲਓ, 18 ਨਾ ਸਹੀ, ਏਦਾਂ। ਪਰ ਉਹ ਸਾਰੇ ਕਿੱਸੇ ਦੇ ਵਿੱਚ ਕੀ ਮੈਂ ਸ਼ੁਕਰ ਦੇ ਵਿੱਚ ਹੈਗਾ? ਸਬਰ, ਸ਼ੁਕਰ। ਨਾ ਸਾਬੂਰ ਹੋਵੇਂ ਫਿਰ ਮੰਗੇ ਨਾਰਦ ਕਰੇ ਖੁਆਰੀ। ਅਸੀਂ ਤੇ ਨਾ ਸਾਬੂਰ, ਨਾ ਸ਼ੁਕਰਿਆ। ਪਾਤਸ਼ਾਹ ਕਹਿੰਦੇ, ਹੁਣ ਕਹਿੰਦੇ ਜੋਗੀ ਜੀ ਤੁਸੀਂ ਮਿਲਣਾ ਚਾਹੁੰਦੇ ਹੋ ਨਾ, ਤੁਹਾਡੇ ਕੋਲ ਸੰਤੋਖ ਕਿੱਥੇ ਹੈ? ਤੁਹਾਡੀ ਮਿਹਨਤ ਕਿੱਥੇ ਹੈ? ਤੁਸੀਂ ਤੇ ਵਿਹਲੜ ਹੋ। ਇਨ ਅਦਰ ਵਰਡਸ, ਕਿਹਾ ਨਹੀਂ ਗੁਰੂ ਸਾਹਿਬ, ਵੈਰੀ ਹੰਬਲ ਵੇ, ਭਈ ਤੁਹਾਡੀ ਝੋਲੀ ਜਿਹੜੀ ਹੈ, ਤੁਹਾਡਾ ਪਾਤਰ ਜਿਹੜਾ ਹੈ, ਉਹ ਤੇ ਮਿਹਨਤ ਦਾ ਹੋਣਾ ਚਾਹੀਦਾ ਹੈ। ਤੇ ਤੁਸੀਂ ਤੇ ਮਿਹਨਤ ਗਵਾਏ ਹੋਏ ਹੋ, ਤੁਸੀਂ ਤੇ ਮਿਹਨਤ ਛੱਡਤੀ ਹੋਈ ਹੈ। ਤੇ ਫਿਰ ਧਿਆਨ ਕੀ ਕਰੇ ਵਿਭੂਤ, ਤੇ ਉਹਦੇ ਧਿਆਨ ਦੀ, ਦੁਨੀਆ ਦਾ ਧਿਆਨ ਤੁਸੀਂ ਲਾ ਰਹੇ ਹੋ ਕਿ ਦੇਖੋ ਤੁਸੀਂ ਮਿੱਟੀ ਹੋ ਜਾਣਾ। ਉਹ ਤੁਸੀਂ ਕਿੱਥੇ ਹੋ ਜੋਗੀ ਜੀ? ਤੁਸੀਂ ਕਿਹਦਾ ਧਿਆਨ ਕਰਦੇ ਹੋ? ਸੋ ਇਟ ਵਿਲ ਬੀ ਜਿਹੋ ਜਿਹੇ ਸਵਾਲ ਕਿਸੇ ਨੂੰ ਪਾਏ ਜਾਣ ਤੇ ਇਟ ਵਿਲ ਬੀ ਫਿਰ ਕਹਿੰਦੇ ਵੀ ਖਿੰਥਾ ਕਾਲ, ਜਿਹੜੀ ਤੇਰੇ ਕੋਲ ਗੋਦੜੀ ਹੈ ਜੋਗੀ ਜੀ, ਉਹਨੂੰ ਤੁਸੀਂ ਕਾਲ ਦੀ ਗੋਦੜੀ ਬਣਾਓ। ਯਾਦ ਕੀਤਾ ਕਿ ਅਸੀਂ ਯਾਦ ਕਰਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਸਿਸਟਮ ਦੇ ਦਿੱਤਾ ਕਿ ਆਉਦ ਘਟੈ ਰੋਜ਼ ਪੜ ਪੁੱਤਰ, ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਜੇ ਭੁੱਲ ਗਿਆ ਕਿਸੇ ਦਿਨ ਤੇ ਫੇਰ ਯਾਦ ਕਰ ਲੈ ਕਿ ਮੈਂ ਗੁਰੂ ਨੂੰ ਮਿਲਣਾ ਤੇ ਆਪਣੇ ਕਾਜ। ਕਿਹੜਾ ਕਾਜ ਸਵਾਰਨਾ? ਮੈਂ ਮੇਰਾ ਬਿਜ਼ਨਸ ਚਲਾਓ, ਮੇਰੀ ਸਿਹਤ ਠੀਕ ਕਰੋ, ਕਿਹੜਾ ਕਾਜ? ਜਿਹਨੂੰ ਸਾਡੇ ਵੀਰ ਜੀ ਦਾ ਨਾਮ ਆਉਂਦਾ ਉਹਦੇ ਚ ਮੈਂ ਯਾਦ ਕਰਦਾ ਹੁੰਦਾ, ਕਾਰਜ ਸਤਿਗੁਰ ਆਪ ਸਵਾਰਿਆ। ਤੇ ਮੈਂ ਉਹਨੂੰ ਕਹਿਣਾ ਹੁੰਦਾ ਵੀ ਤੁਸੀਂ ਤੇ ਮਹਾਰਾਜ ਉੱਥੋਂ ਪਰਮਟ ਲੈ ਕੇ ਆਏ ਕਿ ਤੁਹਾਨੂੰ ਤੇ ਰੱਬ ਨੇ ਆਪ ਹੀ ਸਵਾਰ ਦਿੱਤਾ। ਮਜ਼ਾਕ ਦੇ ਵਿੱਚ ਕਾਜ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹ ਕਾਜ ਕਿ ਮੈਂ ਇੱਥੇ ਆਇਆ, ਮੇਰਾ ਆਇਆ ਸਫਲ ਹੋ ਜਾਏ, ਇਹ ਕਾਜ, ਇਹ ਮੇਰੀ ਪ੍ਰਾਇੋਰਿਟੀ ਹੋਣੀ ਚਾਹੀਦੀ। ਪਰ ਮੇਰੀ ਹੈਗੀ ਹੈ। ਹੁਣ ਅਸੀਂ ਨਿਰਾ ਇਹ ਨਹੀਂ ਦੇਖਣਾ ਵੀ ਦੂਰ ਖੜੋ ਕੇ ਬਾਈ ਸਟੈਂਡਰ ਹੋ ਕੇ ਗੁਰੂ ਸਾਹਿਬ ਸਾਡੇ ਜੋਗੀਆਂ ਨਾਲ ਗੱਲਬਾਤ ਕਰ। ਉਹ ਬਈ ਸਾਡੇ ਤੇ ਵੀ ਅਪਲਾਈ ਹੁੰਦਾ।
ਮੇਰੇ ਕੋਲ ਸੰਤੋਖ ਕਿੱਥੇ ਹੈ? ਸਾਡੇ ਬੱਚੇ ਵੀ ਅੱਜ ਕੱਲ ਕੰਨ ਵਿੰਦੇ ਹੈ, ਵੱਡੇ ਵੀ ਵਿੰਦੇ ਹੈ। ਫਿਰ ਖਿੰਥਾ ਮੈਂ ਕਾਲ ਨੂੰ ਬਣਾਉਣਾ ਜਿੱਥੇ ਉਹ ਬੈਠਦੇ ਹੈ। ਕੀ ਮੈਂ ਹਮੇਸ਼ਾ ਯਾਦ ਕਰਦਾ ਜਦੋਂ ਕਿਧਰੇ ਉੱਠਦਾ ਬੈਠਦਾ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਹੈਗਾ ਹੋਣਾ ਚਾਹੀਦਾ ਨਾ, ਪਰ ਮੇਰਾ ਤੇ ਹੈ ਹੀ ਨਹੀਂ। ਫਿਰ ਖਿੰਥਾ ਕਾਲ ਕੁਆਰੀ ਕਾਇਆ, ਅਸੀਂ ਪੜ੍ਹਦੇ ਹਾਂ ਇਹਨੂੰ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਅਸੀਂ ਏਦਾਂ ਪੜ੍ਹਦੇ ਹਾਂ ਇਹਨੂੰ। ਇਹ ਪੜ੍ਹਨਾ ਜਿਹੜਾ, ਇਹ ਪਠਨ ਜਿਹੜਾ ਸਾਡਾ ਠੀਕ ਨਹੀਂ ਹੈ। ਸਾਨੂੰ ਗੁਰੂ ਸਾਹਿਬ ਨੇ ਇੱਕ ਸਮਝੌਤਾ ਆਪਣੇ ਆਪ ਨਾਲ ਕਰਾਇਆ। ਮੈਨੂੰ ਨਹੀਂ ਸਮਝ, ਓਕੇ, ਮੈਂ ਆਪਣਾ ਗੁਰ ਪੁੱਛ ਦੇਖਿਆ, ਮੈਂ ਆਪਣੇ ਗੁਰੂ ਨੂੰ ਪੁੱਛਾਂ। ਕੀ ਮੈਂ ਪੁੱਛਦਾ? ਹੁਣ ਸਾਨੂੰ ਇਹ ਧਿਆਨ ਕਰਨਾ ਪਏਗਾ ਕਿ ਮੇਰਾ ਜਿਹੜਾ ਸਹਿਜ ਪਾਠ ਹੈ, ਗੁਰੂ ਨੂੰ ਕਿਵੇਂ ਪੁੱਛਾਂਗਾ ਮੈਂ? ਜਿਹੜੇ ਤੇ ਮੇਰੇ ਨਿਤਨੇਮ ਨੇ ਉਹ ਤੇ ਮੈਂ ਤੋਤਾ ਰਟਨ ਕੀਤਾ ਹੋਇਆ, ਤੇ ਮੈਂ ਉਂਝੇ ਕਰ ਲੈਣਾ। ਤੇ ਸਹਿਜ ਪਾਠ ਮੇਰਾ ਕਿੰਨੀ ਵਾਰੀ ਨਾਗਾ ਪੈਂਦਾ, ਫਿਰ ਉਹ ਮੇਰਾ ਰੂਟੀਨ ਤੇ ਨਹੀਂ ਹੈ ਨਾ। ਨਿੱਕੀ ਨਿੱਕੀ ਗੱਲ ਮੈਨੂੰ ਆਪਣੇ ਆਪ ਤੇ ਪਹਿਰਾ ਦੇਣਾ ਪਏਗਾ। ਫਿਰ ਮੈਂ ਸ਼ੁਕਰ ਚ ਕਿੱਦਾਂ ਰਵਾਂਗਾ? ਫਿਰ ਮੈਂ ਆਪਣੇ ਕਾਲ ਨੂੰ ਕਿਵੇਂ ਯਾਦ ਕਰਾਂਗਾ? ਟਾਈਮ, ਅਕਾਲ ਮੂਰਤ ਦਾ ਪੁਜਾਰੀ ਹਾਂ ਮੈਂ। ਪਰ ਮੈਂ ਤੇ ਬਚਪਨ ਚ, ਮੇਰੇ ਕੋਲ ਬਚਪਨ ਵੀ ਆਇਆ, ਮੇਰਾ ਜਵਾਨੀ ਵੀ ਆਈ, ਮੇਰਾ ਬੁਢਾਪਾ ਵੀ ਆ ਗਿਆ, ਮੇਰਾ ਮੌਤ ਵੀ ਆ ਜਾਣੀ, ਪਰ ਪੁਜਾਰੀ ਮੈਂ ਅਕਾਲ ਦਾ ਵਾਂ। ਇਹ ਸਾਰਾ ਸੋਚਣਾ ਮੈਂ। ਖਿੰਥਾ ਕਾਲ ਕੁਆਰੀ ਕਾਇਆ, ਇਹਨੂੰ ਏਦਾਂ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਹੈ ਖਿੰਥਾ ਕਾਲ ਕੌਮਾ ਕੁਆਰੀ ਕਾਇਆ ਜੁਗਤ ਕੌਮਾ ਡੰਡਾ ਪ੍ਰਤੀਤ। ਉਹ ਡੰਡਾ ਜਿਹੜਾ ਜੋਗੀਆਂ ਕੋਲ ਹੁੰਦਾ ਸੀ ਜਾਨਵਰਾਂ ਜਨੂਰਾਂ ਨੂੰ ਪਾਸੇ ਪੂਸੇ ਕਰਨ ਲਈ, ਉਹ ਕਹਿੰਦੇ ਵੀ ਡੰਡਾ ਤੇਰੇ ਇੱਕ ਅਟਾਇਰ ਦਾ ਪਾਰਟ ਹੈ, ਤੂੰ ਇਹ ਡੰਡਾ ਰੱਖ ਪਈ ਰੱਬ ਦੀ ਪ੍ਰਤੀਤੀ ਦਾ। ਅਸੀਂ ਗੱਲ ਕੀਤੀ ਸੀ ਨਾ ਜਪਜੀ ਦੇ ਵਿੱਚ ਪਹਿਲੋਂ, ਪ੍ਰਤੀਤ ਬਹੁਤ ਜ਼ਰੂਰੀ ਹੈ। ਤੂੰ ਰੱਬ ਦੀ ਪ੍ਰਤੀਤੀ ਦਾ ਡੰਡਾ ਹੱਥ ਚ ਫੜ, ਤਾਂ ਕਿ ਜਿਸ ਵੇਲੇ ਤੈਨੂੰ ਉਹ ਧਿਆਨ ਆਵੇ, ਤੂੰ ਸੋਚ ਕਿ ਮੈਨੂੰ ਉਹਦੀ ਪ੍ਰਤੀਤੀ ਹੈ, ਤੇ ਖਿੰਥਾ ਨੂੰ ਕਾਲ ਬਣਾ, ਕਾਲ ਨੂੰ ਖਿੰਥਾ ਬਣਾ। ਤੇ ਇੱਕ ਜੋਗੀਆਂ ਦੇ ਨਾ 12 ਮਤ ਨੇ, ਖਿਆਲ ਰਵੇ, ਤੇ ਉਹਦੇ ਚੋਂ ਸਭ ਤੋਂ ਟੌਪ ਤੇ ਜਿਹੜਾ ਆਈ ਹੈ, ਆਈ ਪੰਥੀ। ਜੋਗੀਆਂ ਦੇ 12 ਪੰਥ ਨੇ, 12 ਫਿਰਕੇ, 12 ਕਲੈਨਸ, ਤੇ ਉਹਨਾਂ ਦੇ ਵਿੱਚੋਂ ਆਈ ਪੰਥ ਜਿਹੜਾ ਸੀ ਉਹ ਸਭ ਤੋਂ ਟੌਪ ਨੌਚ ਹੈ। ਤੇ ਗੁਰੂ ਸਾਹਿਬ ਉਹਦੀ ਗੱਲ ਵੀ ਵਿੱਚ ਹੀ ਲੈ ਲੈਂਦੇ ਨੇ। ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੋਗੀ ਜੀ, ਤੁਸੀਂ ਮਿਲਾਪ ਦੇ ਪੰਧਾਵੋ ਨਾ, ਜੋਗ ਕਰਨਾ ਹੈ, ਐਸਾ ਜੋਗ ਕਮਾਵੋ ਜੋਗੀ। ਇਹ ਵੀ ਹੈਗਾ, ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਸਿੰਘੀ ਮੂਡ ਵੰਡਾਈ ਹੈ, ਜੋਗ ਨਾ ਸਮਥਿੰਗ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀ ਐ ਸੋਈ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਜੋਗੀ ਜੀ, ਤੁਸੀਂ ਇੱਕ ਪੰਥ ਸੀਗਾ ਜੋਗੀਆਂ ਦਾ, ਜਿਹੜਾ, ਸੌਰੀ ਮੈਂ ਬੈਕ ਐਂਡ ਫੋਰਥ ਜਾਣਾ, ਮੈਂ ਭੁੱਲ ਜਾਣਾ। ਉਹਨਾਂ ਦਾ ਇੱਕ ਪੰਥ ਸੀ ਜਿਹੜੇ ਕੁਆਰੀ ਜਿਹੜੀ ਸਪਿੰਸਟਰ ਹੁੰਦੀ ਸੀ ਕੁੜੀ, ਉਹਨੂੰ ਨਾਲ ਰੱਖਦੇ ਸਨ। ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਬਣਾਉਂਦੇ ਦੁਨਿਆਵੀ, ਪਰ ਇਲਿਸਿਟ ਰਿਲੇਸ਼ਨ ਬਣ ਜਾਂਦਾ ਸੀ ਡਾਊਨ ਦਾ ਲਾਈਨ। ਤੇ ਉਹ ਕਹਿੰਦੇ ਸੀ ਕਿ ਇਹ ਸਾਡਾ ਜੋ ਆਪਣੇ ਆਪ ਨੂੰ ਟੈਸਟ ਕਰਨ ਦਾ ਤਰੀਕਾ ਹੈ। ਸਾਡੇ ਜਿਹੜੇ ਬਾਪੂ ਜੀ ਨੇ ਆਪਣੇ ਆਪ ਨੂੰ ਕਹਿੰਦੇ ਫਾਦਰ ਆਫ ਨੇਸ਼ਨ, ਉਹਨਾਂ ਦਾ ਵੀ ਇੱਕ ਨਿਯੋਗ ਉਹਨੂੰ ਉਹ ਕਹਿੰਦੇ ਸਨ ਕਿ that's a way he would test himself। ਸੋ ਉਹ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਕੁਆਰੀ ਜਿਹੜੀ ਤੁਸੀਂ ਬੀਬੀ ਨਾਲ ਰੱਖਣੀ ਹੈ, ਆਪਣੇ ਸਰੀਰ ਨੂੰ ਕੁਆਰੇ ਸਰੀਰ ਨੂੰ, ਕੁਆਰੀ ਕਾਇਆ,
ਇਹਦੀ ਜੁਗਤੀ ਲਗਾਓ, ਇਹਨੂੰ ਆਪਣੇ ਰੱਬ ਦੇ ਲਈ ਕਿਵੇਂ ਪੇਸ਼ ਕਰੋ। ਕੁਆਰੀ ਮੀਨਸ ਕਿ ਨਿਰਲੇਪ ਜਿਹੜੇ ਤੁਹਾਡੇ ਡਾਊਨ ਸਾਈਡਸ ਨੇ, ਉਤੋਂ ਨਿਰਲੇਪ ਰਵੋ। ਜਿੱਥੇ ਮਨ ਜਿਹੜਾ ਤੁਹਾਡਾ ਭਰਮਾਉਂਦਾ ਹੈ ਤੁਹਾਨੂੰ, ਤੁਸੀਂ ਨਿਰਲੇਪ, ਮੇਰੇ ਲਈ ਵੀ ਹੈ। ਜਿੱਥੇ ਮੇਰਾ ਮਨ ਮੈਨੂੰ ਭਰਮਾਉਂਦਾ ਹੈ, ਕੀ ਮੈਂ ਉੱਥੋਂ ਨਿਰਲੇਪ ਰਹਿਣ ਦਾ ਕੋਈ ਤਰੀਕਾ ਕੱਢਿਆ? ਜਾਂ ਅਸੀਂ ਕਹਿੰਦੇ ਵਾਹਿਗੁਰੂ 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 ਵਾਹਿਗੁਰੂ, ਤੇ ਉਹ ਅਸੀਂ ਬਚ ਜਾਏ? It has to be mind over the matter. It has to be a practice, constant practice. खिंथा काल कुआरी खाया जुगत डंडा प्रतीत। ਤੇ ਪਾਤਸ਼ਾਹ ਕਹਿੰਦੇ ਨੇ ਆਈ ਹੁਣ ਇੱਕ ਸਾਰੀ ਖੇਡ ਜਿਹੜੀ ਹੈ ਨਾ, ਬੇਸਿਕਲੀ ਇਹ ਹੈਗੀ ਹੈ ਕਿ ਗੁਰੂ ਸਾਹਿਬ ਉਹਨਾਂ ਦੇ ਬੇਸਿਕ ਫੇਥ, ਤੁਸੀਂ ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ, ਅਜਹੂ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਕਹਿੰਦੇ ਤੁਸੀਂ ਇਹ ਕਰ ਦਿਓ, ਇਹ ਛੱਡੋ। ਔਰ ਇਸ ਸਿਲਸਿਲੇ ਦੇ ਵਿੱਚ ਸਾਡੇ ਕੋਲ ਕੁਝ ਇੱਕ ਇਤਿਹਾਸਕ ਗਵਾਹੀਆਂ ਵੀ ਮਿਲਦੀਆਂ ਨੇ। ਜਿਸ ਵੇਲੇ ਨੌਵੇਂ ਪਾਤਸ਼ਾਹ ਚੱਕ ਨਾਨਕੀ ਵਸਾ ਰਹੇ ਸਨ, ਤੇ ਉਸ ਵੇਲੇ ਦੀ ਇੱਕ ਪੁਰਾਤਨ ਕਹਾਣੀ ਮਿਲਦੀ ਹੈ ਸਾਨੂੰ, ਸਾਖੀ ਮਿਲਦੀ ਹੈ ਕਿ ਇੱਕ ਪੀਰ ਮੂਸਾ ਰੋਪੜੀ ਹੋਇਆ, ਜਿਸ ਵੇਲੇ ਬਣ ਰਿਹਾ ਸੀ ਅਨੰਦਪੁਰ ਸਾਹਿਬ, ਉਹਨੂੰ ਪਹਿਲੇ ਚੱਕ ਬੇਬੇ ਨਾਨਕੀ ਕਹਿੰਦੇ ਸੀ। ਤੇ ਉਹ ਕਹਿੰਦਾ ਉਹ ਇਹ ਕੀ ਹੈਗਾ ਇੱਥੇ? ਤੇ ਉਹ ਕਹਿੰਦੇ ਜੀ ਇੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਲਿਆ, ਇਹ ਸ਼ਹਿਰ ਵਸਾ ਰਹੇ ਨੇ, ਇੱਥੇ ਲੋਕ ਆਣਗੇ, ਇੱਥੇ ਘਰ ਬਣਨਗੇ ਗ੍ਰਸਤੀ। ਉਹ ਕਹਿੰਦਾ ਲਾ, ਉਹ ਗ੍ਰਸਤੀਆਂ ਦੇ ਵਿੱਚ ਆ ਗਏ ਤੇ ਕੋਈ ਗੁਰੂ ਹੈ? ਹੁਣ ਉਹਦੇ ਇੱਕ ਸਵਾਰੀ ਜਿਹੜੀ ਹੁੰਦੀ ਸੀ ਪਹਿਲੇ ਜ਼ਮਾਨੇ 'ਚ, ਪਾਲਕੀ ਪੈਲਕੁਇਨ, ਉਹਦੇ 'ਚ ਬੈਠਾ ਹੋਇਆ, ਥੱਲੇ ਬੰਦਿਆਂ ਨੇ ਉਹਦੇ ਨੇ ਚੱਕਿਆ ਹੋਇਆ, ਕਹਾਰਾਂ ਨੇ ਜਾਂ ਜਿਹੜੇ ਨੀਵੇਂ ਜ਼ਾਤ ਦੇ ਨੇ ਉਹਨਾਂ ਨੇ ਚੱਕਿਆ ਹੋਇਆ, ਤੇ ਉਹ ਉੱਥੋਂ ਲੰਘ ਰਿਹਾ। ਤੇ ਉਹ ਪੁੱਛਦਾ ਸਿੱਖਾਂ ਨੂੰ ਕਿ ਮੈਨੂੰ ਦੱਸੋ ਵੀ ਤੁਹਾਡਾ ਗੁਰੂ ਕਿਸ ਤਰ੍ਹਾਂ ਹੈ? ਉਹ ਤੇ ਗ੍ਰਸਤੀਆਂ ਦੇ ਘਰ ਵਸਾ ਰਿਹਾ, ਤੇ ਗ੍ਰਸਤੀਆਂ ਦੇ ਘਰ ਵਿੱਚ ਵੜ ਕੇ ਤੁਸੀਂ ਕਿਸ ਤਰ੍ਹਾਂ ਰੱਬ ਨੂੰ ਪਾ ਸਕਦੇ ਹੋ ਗ੍ਰਸਤ ਵਿੱਚ ਰਹਿ ਕੇ? ਕਹਿੰਦਾ ਮੈਂ ਆ ਰਿਹਾ, ਗੁਰੂ ਕੋਲੋਂ ਪੁੱਛ ਕੇ ਰੱਖਣਾ। ਚਲਾ ਗਿਆ। ਗੁਰੂ ਸਾਹਿਬ ਕੋਲ ਆਏ ਸਿੱਖ, ਕਹਿੰਦੇ ਜੀ ਉਹ ਇੱਕ ਪੀਰ ਜਿਹਾ ਆਇਆ ਸੀਗਾ, ਪਾਲਕੀ ਤੇ ਚੜਿਆ, ਉਹ ਕਹਿੰਦਾ ਵੀ ਗੁਰੂ ਕੋਲ ਪੁੱਛ ਕੇ ਰੱਖਣਾ। ਕਹਿੰਦਾ ਗੁਰੂ ਸਾਹਿਬ ਨੇ ਅਗਲੀ ਵਾਰੀ ਆਇਆ ਨਾ ਉੱਥੋਂ ਮੇਰੇ ਕੋਲ ਲੈਣਾ। ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਕਿ ਮਹਾਰਾਜ ਪੀਰ ਜੀ, ਤੁਸੀਂ ਇਹ ਦੱਸੋ ਵੀ ਤੁਸੀਂ ਘਰ-ਬਾਰ ਛੱਡ ਕੇ ਗ੍ਰਸਤੀਆਂ ਤੋਂ ਤੁਸੀਂ ਨਫ਼ਰਤ ਕਰਦੇ ਹੋ। ਕਹਿੰਦਾ ਹੋਰ ਕੀ, ਗ੍ਰਸਤ ਹੈ ਹੀ ਨਰਕ। ਤੇ ਉਹ ਕਹਿੰਦੇ ਆ ਜਿਹੜੇ ਤੁਹਾਡੇ ਥੱਲੇ ਕੰਪੇ ਕਰਦੇ ਨੇ, ਇਹ ਕੌਣ ਨੇ? ਤੁਸੀਂ ਕਿੱਥੋਂ ਆਏ? ਉਹ ਚੁੱਪ ਕਰ ਗਿਆ। ਉਹ ਕਹਿੰਦੇ ਇਹਨਾਂ ਨੂੰ ਨਫ਼ਰਤ ਕਿਉਂ ਕਰੋ? ਇਹ ਰੱਬ ਦੀ ਦੇਣ ਨੇ, ਇਹ ਰੱਬ ਦੀ ਕ੍ਰੀਏਸ਼ਨ 'ਚ ਨੇ, ਇਹਨਾਂ ਨੂੰ ਆਪਣੇ ਨਾਲ ਮਿਲਾਓ। ਇਹੀ ਬਾਹਮਣ ਕਰਦਾ ਸੀ। ਬਾਹਮਣ ਵੀ ਵਰਨਵੰਡ ਦੇ ਵਿੱਚ ਹੈ, ਸ਼ੂਦਰ ਹੈ। ਬਾਹਮਣ ਨੇ ਡਿਵਾਈਡ ਐਂਡ ਰੂਲ ਰਾਈਟ ਫਰਮ ਦਾ ਡੇ 1 ਰੱਖਿਆ ਹੋਇਆ ਸੀ। ਅੱਜ ਸਾਡੇ ਵੀ ਜਿਹੜੇ, ਮਾਫ ਕਰਨਾ, ਸਾਡੇ ਬਾਹਮਣ ਜਿਨ੍ਹਾਂ ਨੂੰ ਅਸੀਂ ਕਹੀਏ, ਉਹ ਵੀ ਇਹੀ ਕਰਦੇ ਨੇ। ਨੋ ਪਰਸਨਲ ਟੂ ਨੋ ਵਨ। ਅਸੀਂ ਕਿਹੜੇ ਪਾਸਿਓਂ ਡਿਫਰੈਂਟ ਆ? ਜੇ ਕੋਈ ਪੈਂਟ ਕਮੀਜ਼ ਪਾ ਕੇ ਚਲਾ ਜਾਏ ਤੇ ਉਹ ਕਹਿੰਦੇ ਲਓ ਜੀ ਇਹ ਕੋਈ ਗੱਲ ਹੈ? ਮੈਂ ਇਹੋ ਜਿਹੇ ਵੀ ਦੇਖੇ ਨੇ ਆਪਣੇ ਘਰਾਂ 'ਚ, ਰਾਤੀ ਬਾਬਾ ਜੀ ਦੇ ਕਮਰੇ ਜਾਂਦੇ ਨੇ, ਕੱਪੜਾ ਬਦਲ ਕੇ ਜਾਂਦੇ ਨੇ। ਕਹਿੰਦੇ ਜੀ ਅਸੀਂ ਕੱਪੜੇ ਚੇਂਜ ਕਰਕੇ ਜਾਣਾ। ਸੋ देयर आर सो मेनी। ਸੋ ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜੀ ਗੱਲ ਹੈ, ਜੋ ਉਹਨੂੰ ਪੀਰ ਜੀ ਨੂੰ ਕਹਿੰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਸਾਡੇ 'ਚ ਡਿਸਪੈਰਿਟੀ ਇੰਨੀ ਸੀਗੀ। ਔਰ ਗੁਰੂ ਦੇਖੋ, ਖਿਆਲ ਕਰੀਏ ਕਿ ਗੁਰੂ ਸਾਹਿਬ ਕਿੱਦਾਂ ਕਨਫਰੰਟ ਕਰਦੇ ਪਏ ਨੇ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਆਏ, ਉੱਥੇ ਇਹੀ ਪ੍ਰੋਬਲਮ ਹੋਈ। ਇੱਕ ਬਾਹਮਣ ਆ ਗਿਆ ਆਪਣੇ ਚੇਲਿਆਂ ਦੇ ਨਾਲ, ਤੇ ਗੁਰੂ ਸਾਹਿਬ ਨੂੰ ਕਹਿੰਦੇ ਜੀ ਤੁਹਾਡੇ ਨਾਲ ਮਿਲਣ ਆਏ ਆ, ਤੁਹਾਡੇ ਡੇਰਾ ਦੇਖਿਆ ਤੇ ਅਸੀਂ ਆ ਗਏ ਆ। ਉਹ ਆਪਣੇ ਫੁੱਲ ਆਫ ਹਿਮਸੈਲਫ ਹੁੰਦੇ ਨੇ ਨਾ। ਗੁਰੂ ਸਾਹਿਬ ਕਹਿੰਦੇ ਆਓ ਜੀ, ਜੀ ਆਇਆਂ ਨੂੰ,
ਲੰਗਰ ਤਿਆਰ ਹੈ, ਲੰਗਰ ਛਕੋ। ਕਹਿੰਦਾ ਨਹੀਂ, ਅਸੀਂ ਸੋਮ ਪਾਕੀ ਹੁੰਦੇ, ਸਵਯੰ ਪਾਕੀ ਜਿਹਨੂੰ ਕਹਿੰਦੇ ਨੇ, ਜਿਹੜੇ ਆਪਣੀ ਰੋਟੀ ਆਪ ਬਣਾਉਂਦੇ ਨੇ। ਸਾਡੇ ਚ ਵੀ ਹੈਗੇ ਜੇ ਵਿਵੇਕੀ, ਜਿਹੜੇ ਕਹਿੰਦੇ ਨਾ, ਉਹ ਆਪਣੀ ਰੋਟੀ ਆਪ ਬਣਾਉਂਦੇ ਨੇ। ਉਹ ਕਹਿੰਦੇ ਅਸੀਂ ਸੋਮ ਪਾਕੀ ਹਾਂ। ਠੀਕ ਹੈ ਜੀ। ਕਹਿੰਦੇ ਤੁਸੀਂ ਸਾਨੂੰ ਰਾਸ਼ਨ ਦੇ ਦਿਓ, ਬਣਾਉਣਾ ਅਸੀਂ ਆਪੇ ਹੈ। ਕਹਿੰਦੇ ਠੀਕ ਹੈ। ਗੁਰੂ ਸਾਹਿਬ ਨੇ ਰਾਸ਼ਨ ਦੇ ਦਿੱਤਾ, ਲੰਗਰ ਚ ਰਾਸ਼ਨ ਦਵਾ ਦਿੱਤਾ, ਤੇ ਕਹਿੰਦੇ ਵੀ ਹਾਂ ਜੀ ਲਓ ਜੀ। ਹੁਣ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਜ਼ਮੀਨ ਪੱਟੋ, ਕਿਉਂਕਿ ਅੰਗੀਠੀ ਬਣਾਉਣੀ ਹੈ ਜਿੱਥੇ। ਉਹ ਜਿੱਥੇ ਜ਼ਮੀਨ ਪੱਟਣ, ਕਿਧਰੇ ਜੁੱਤੀ ਨਿਕਲ ਆਵੇ, ਕਿਧਰੇ ਕੋਈ ਹੱਡੀ ਨਿਕਲ ਆਵੇ। ਉਹ ਪਰੇਸ਼ਾਨ ਹੋ ਗਿਆ, ਕਈ ਘੰਟੇ ਲੱਗੇ ਰਹੇ, ਜਿੱਥੇ ਜ਼ਮੀਨ ਪੱਟਣ ਉੱਥੇ ਹੀ ਕੁਝ ਨਾ ਕੁਝ ਨਿਕਲ ਆਵੇ। ਗੁਰੂ ਸਾਹਿਬ ਕਹਿੰਦੇ ਹਾਂਜੀ ਹੋ ਗਿਆ ਕੰਮ। ਉਹ ਕਹਿੰਦਾ ਜੀ ਕੰਮ ਕਿੱਥੇ ਹੋਣਾ ਹੈ, ਤੇ ਬਿਸਮਿਲ੍ਲਾ ਹੀ ਨਹੀਂ ਹੋਇਆ, ਕਿਉਂਕਿ ਜਿੱਥੇ ਅਸੀਂ ਜ਼ਮੀਨ ਪੱਟਦੇ ਹਾਂ ਉੱਥੇ ਕੋਈ ਨਾ ਕੋਈ ਨਿਕਲ। ਉਹ ਗੁਰੂ ਸਾਹਿਬ ਕਹਿੰਦੇ ਭਈ ਇਹ ਧਰਤੀ ਸਾਰੀ ਕਿਹਦੀ ਹੈ ਪੰਡਿਤ ਜੀ? ਇਹ ਤੁਹਾਡੀ ਹੈ, ਇਹ ਮੇਰੀ ਹੈ, ਉਹ ਮਾਲਕ ਨੇ ਸਾਜੀ ਹੋਈ ਹੈ। ਤੁਸੀਂ ਜਿਸ ਰੱਬ ਦੇ ਪੁਜਾਰੀ ਹੋ, ਉਸੇ ਦੇ ਤੁਸੀਂ ਨੁਕਸ ਕੱਢੀ ਜਾਂਦੇ ਹੋ। ਸੋ ਗੁਰੂ ਸਾਹਿਬ ਨੇ ਉਹਨਾਂ ਨੂੰ ਲੰਗਰ ਛਕਾ ਦਿੱਤਾ। ਏਦਾਂ ਬੜੀਆਂ ਥਾਵਾਂ ਤੇ ਏਦਾਂ ਦੀ ਗੱਲਬਾਤ ਸਾਹਮਣੇ ਆਉਂਦੀ ਕਿ ਲੋਕ ਸ਼ਿਕਾਰ ਸਨ ਜ਼ਾਤ ਪਾਤ ਦੇ, ਤੇ ਗੁਰੂ ਸਾਹਿਬ ਨੇ, ਕਿਉਂਕਿ ਇੱਕ ਰਿਫਰਮਿਸਟ ਸਨ, ਇੰਨੀਆਂ ਰਿਫਾਰਮਸ ਲਿਆਂਦੀਆਂ। ਅਸੀਂ ਕਦੀ ਗੁਰੂ ਸਾਹਿਬ ਨੂੰ ਇਸ ਆਸ਼ੇ ਦੇ ਨਾਲ ਹੀ ਨਹੀਂ ਦੇਖੇ। ਅਸੀਂ ਤੇ ਸਿਰਫ ਬਹੁਤ ਵੱਡੀ ਕੱਦੂ ਚ ਤੀਰ ਮਾਰ ਲਿਆ, ਸ਼ਬਦ ਦੀ ਵਿਚਾਰ ਕਰ ਲਈ, ਸੁਣ ਲਈ, ਤੇ ਵਾਹ 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 ਵਾਹ। ਪਰ ਅਸੀਂ ਰਿਫਾਰਮਸ ਕਦੋਂ ਕਰਨੇ? ਉਹ ਸਾਡਾ ਕੰਮ ਨਹੀਂ ਹੈ। ਸੋ ਗੈਟਿੰਗ ਬੈਕ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਫਿਰ ਕਹਿੰਦੇ ਆਈ ਪੰਥੀ ਸਗਲ ਜਮਾਤੀ। ਇਹ ਬੜੀ ਵੱਡੀ ਗੱਲ ਸੀ ਗੁਰੂ ਸਾਹਿਬ ਦੀ। ਕਹਿੰਦੇ ਭਈ ਮੇਰੇ ਸਾਰੇ ਜਮਾਤੀ ਨੇ। ਜਮਾਤੀ ਕੌਣ ਹੁੰਦਾ? ਵੇਅਰ ਆਈ ਡੋਂਟ ਹੈਵ ਐਨੀ ਡਿਸਪੈਰਿਟੀ, ਮੇਰਾ ਸਾਥੀ। ਕੀ ਸਾਡੇ ਮੈਂ ਆਪ ਆਪਣੇ ਦੇਖਿਆ ਹੋਂਦ ਵਿੱਚ, ਜੇ ਕੋਈ ਹੋਮਲੈਸ ਆ ਜਾਏ ਨਾ ਸਾਡੇ ਗੁਰਦੁਆਰੇ, ਅਸੀਂ ਉਹਨੂੰ ਨਾਲ ਬਿਠਾ ਕੇ ਖਾਣ ਨਹੀਂ ਦਿੰਦੇ। ਅੱਜ ਕੱਲ ਤੇ ਕਹਾਂਗੇ ਜੀ ਕੋਵਿਡ ਹੋ ਗਿਆ, ਪਰ ਮੈਂ ਕੋਵਿਡ ਤੋਂ ਪਹਿਲੇ ਦੀ ਗੱਲ ਕਰ ਰਿਹਾ। ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਬਾਅਦ ਚ ਖਾਣਾ, ਪਹਿਲੇ ਸੰਗਤ ਖਾ ਲਓ। ਤੇ ਗੁਰੂ ਸਾਹਿਬ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਕਹਿੰਦੇ ਜਿੱਥੇ ਨੀਚ, ਇਸੇ ਕਰਕੇ ਲਾਲੋ ਦੇ ਕੋਲ ਰਹੇ, ਮਲਕ ਭਾਗੋ ਕੋਲ ਨਹੀਂ ਗਏ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿੱਡੀ ਵੱਡੀ ਫਿਲਾਸਫੀ। ਕਿਹੜੀ ਕਿਹੜੀ ਫਿਲਾਸਫੀ ਨੂੰ ਮੈਂ ਨਾ ਸਲਾਵਾਂ, ਕੋਈ ਇੱਕ ਤੇ ਹੋਵੇ ਕਿ ਨਹੀਂ ਇਹ ਨਹੀਂ ਚੰਗੀ। ਸਾਰੀਆਂ ਮਰ ਜਾਣ ਦੇ ਕਾਬਲ ਤੇ ਮੈਂ ਕੋਈ ਵੀ ਨਹੀਂ ਕੀਤੀਆਂ, ਫੋਲੋ ਕੋਈ ਨਹੀਂ ਕੀਤੀਆਂ, ਅਡਾਪਟ ਕੋਈ ਨਹੀਂ ਕੀਤੀਆਂ। ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ। ਜੇ ਗੁਰੂ ਸਾਹਿਬ ਦੇ ਕਿਧਰੇ ਅਸੂਲਾਂ ਨੂੰ ਦੇਖੀਏ ਨਾ, ਸਗਲ ਜਮਾਤੀ, ਛੇਵੇਂ ਪਾਤਸ਼ਾਹ ਦੀ ਸਟੋਰੀ ਚੱਕ ਲਓ ਕੋਈ, ਵੀ ਉਹ ਵਿਧੀ ਚੰਦ ਨੂੰ ਟ੍ਰੇਨ ਕਰਦੇ ਸਨ ਨਾ, ਇੱਕ ਲੜਾਈ ਦੇ ਵਿੱਚ ਜਿਹੜਾ ਦੁਸ਼ਮਣ ਸੀ ਉਹ ਕਾਰਨਰ ਹੋ ਗਿਆ ਤੇ ਨਿਹੱਥਾ ਹੋ ਗਿਆ। ਵਿਧੀ ਚੰਦ ਆਇਆ ਗੁਰੂ ਸਾਹਿਬ ਕੋਲ, ਛੇਵੇਂ ਪਾਤਸ਼ਾਹ ਕੋਲ, ਕਹਿੰਦਾ ਗੁਰੂ ਸਾਹਿਬ ਇਹ ਮੌਕਾ ਹੈਗਾ ਜੇ, ਇਹਨੂੰ ਫੰਡ ਦਈਏ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਜ਼ੁਲਮ ਦੇ ਖਿਲਾਫ ਸ਼ਸਤਰ ਚੁੱਕਿਆ, ਜ਼ੁਲਮ ਕਰਨ ਵਾਲੇ ਦੇ ਨਹੀਂ। ਜੇ ਦੁਸ਼ਮਣ ਨਿਹੱਥਾਏ, ਉਹਨੂੰ ਅਸੀਂ ਵਾਰ ਨਹੀਂ ਕਰਨਾ। ਹਰ ਪੈੜ ਤੇ ਵਿਧੀ ਚੰਦ ਨੂੰ ਸਿਖਾ ਰਹੇ ਨੇ। ਇਹ ਸਾਡੇ ਪਾਤਸ਼ਾਹ ਦਾ, ਸਾਡੇ ਪਿਓ ਦਾ ਇਹ ਬਿਰਧ ਹੈ। Isn't it beautiful? ਇਸੇ ਕਰਕੇ ਇਹੀ ਗੱਲ ਨੂੰ ਟ੍ਰੇਨਿੰਗ ਦੇਣ ਦੇ ਲਈ, ਸਾਡੇ ਦਿਮਾਗਾਂ ਨੂੰ ਟ੍ਰੇਨ ਕਰਨ ਦੇ ਲਈ, ਫੀਡਬੈਕ ਦੇ ਲਈ, ਗੁਰੂ ਸਾਹਿਬ ਦੀ ਆਪਣੀ ਜ਼ਿੰਦਗੀ ਦੇ ਵਿੱਚ ਪਾਤਸ਼ਾਹ ਪਹਿਲੀ ਦੀ, ਭਈ ਚੂਹੀ ਮਰੀ ਹੋਈ ਸੁੱਟ ਦਿਓ। ਉਹ ਕਹਿੰਦੇ ਲੈ ਇਹ ਕਿਸੇ ਛਿੰਬੇ ਦਾ ਕੰਮ ਹੈ, ਸਾਡਾ ਥੋੜੀ ਹੈ। ਇਹ ਗੜਵਾ ਕੱਢ ਦਿਓ। ਇਹ ਕੋਈ ਸਾਖੀਆਂ ਨਹੀਂ ਹੈ, ਇਹਨਾਂ ਦੇ ਪਿੱਛੇ ਰੈਸ਼ਨਲ ਹੈ ਕਿ ਤੁਸੀਂ ਆਪਣੇ ਆਪ ਨੂੰ
ਕੁਝ ਸਮਝਦੇ ਹੋ, ਇਹਨੂੰ ਆਪਸ ਕਾਓ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਇਹੀ ਗੱਲ ਸੀ ਬਸ। ਅਸੀਂ ਗੁਰੂ ਨਾਨਕ ਦੇ ਸਿੱਖ ਕਿਵੇਂ ਬਣ ਸਕਦੇ ਹਾਂ? ਸੋਚੀਏ ਨਾ। ਜਪਜੀ ਕਰੀ ਜਾ ਰਹੇ ਹਾਂ, ਅੱਜ 28ਵੀਂ ਪੌੜੀ ਤੇ ਪਹੁੰਚ ਗਏ ਹਾਂ। ਹਰ ਵੇਲੇ ਫਿਰ ਤੁਸੀਂ ਮੈਨੂੰ ਕਹਿੰਦੇ ਵੀ ਹੋ ਵੀ ਮਾੜਾ ਚੰਗਾ ਕਹਿੰਦਾ ਵੀ ਮੈਂ ਕੀ ਕਰਾਂ ਦੱਸੋ? ਮੈਂ ਆਪਣੇ ਆਪ ਨੂੰ ਕਹਿੰਦਾ ਪਿਆ, ਮੈਂ ਸ਼ੇਅਰ ਕਰਦਾ। That's how I feel. ਕਿ I'm worthless. I have not proven up to the mark. Period. ਆਈ ਪੰਥੀ ਸਗਲ ਜਮਾਤੀ ਕਹਿੰਦੇ ਮੈਂ ਆਪਣੀ ਜਮਾਤ ਸਾਰਿਆਂ ਦੇ ਨਾਲ ਸਮਝੀ ਹੋਈ ਹੈ। I am no different than others. Period. ਅਸੀਂ ਕੀ ਕਰਦੇ ਹਾਂ? ਮਾਫ ਕਰਨਾ, ਇਹ ਸਾਡਾ ਲਾਈਫ ਸਟਾਈਲ ਹੈ। ਅਸੀਂ ਜਦੋਂ ਰਿਸ਼ਤਾ ਕਿਧਰੇ ਬਣਾਉਣਾ ਹੈ, ਬੱਚਿਆਂ ਦਾ ਕਿਧਰੇ ਰਿਸ਼ਤਾ ਕਰ, ਅਸੀਂ ਸਟੇਟਸ ਲਫ਼ਜ਼ ਰੱਖਿਆ ਹੈ। ਅਸੀਂ ਸਟੇਟਸ ਨੂੰ ਪੁੱਛਦੇ ਇਜ਼ ਇਟ ਰਾਈਟ ਔਰ ਰੋਂਗ? ਮੈਂ ਉੱਥੇ ਨਹੀਂ ਜਾ ਰਿਹਾ, ਪਰ ਮੇਰੀ ਸਗਲ ਜਮਾਤੀ ਕਿਵੇਂ ਬਣੇਗੀ? ਦੈਟਸ ਮਾਈ ਕੰਸਰਨ। ਫਿਰ ਮਨ ਜੀਤੈ ਜਗ ਜੀਤ। ਮੇਰਾ ਮਨ ਤੇ ਆਲਵੇਜ਼ ਮੈਨੂੰ ਭੁਲੇਖੇ ਚ ਪਾਏਗਾ, ਮੇਰੇ ਲਈ ਖਾਈ ਤਿਆਰ ਕਰੇਗਾ, ਪਰ ਇਹ ਮੇਰਾ ਕੰਮ ਹੈ ਕਿ ਮੈਂ ਮਨ ਨੂੰ ਮਾਰ ਕੇ ਰੱਬ ਦੇ ਰਾਹ ਤੇ ਤੁਰਾਂ। ਦ ਵੇ ਆਈ ਡੂ ਇਟ, ਜੇ ਮੈਂ ਕਰ ਲਵਾਂ, I can't do it. I mean, the way I do it, it's not possible. But the way Guruji is telling me to do it, man jeeta jag jeet, bingo. मैं घर बैठे बिठाए राजा सगली सृष्ट का मैं बन सकदा। आई पंथी सगल जमाती मन जीता जग जीत। ਇਹ ਸਾਰੀਆਂ ਪਸੂੜੀਆਂ ਜਿਹੜੀਆਂ ਨੇ ਮੇਰੀਆਂ ਥਾਟ ਪ੍ਰੋਸੈਸ ਦੀਆਂ, ਮੇਰੀਆਂ ਬਿਲੀਫ ਸਿਸਟਮ ਦੀਆਂ, ਇਹ ਸਾਰੀਆਂ ਮੇਰੇ ਮਨ ਨੇ ਪਾਈਆਂ ਨੇ, ਤੇ ਆਈ ਹੈਵ ਟੂ ਗੈਟ ਰਿਡ ਆਫ ਇਟ, ਫਾਈਂਡ ਆਊਟ ਦ ਵੇਜ਼। ਐਨੀ ਜੀ ਗੱਲ ਮੈਨੂੰ ਸਮਝ ਆਉਂਦੀ ਹੈ ਜੀ। ਐਨੀ ਕਿੰਨਾ ਕੁਛ ਇਹਦੇ ਵਿੱਚ ਹੈਗਾ ਭਈ ਜਿਹੜਾ ਗੁਰੂ ਸਾਹਿਬ ਨੇ ਸਾਨੂੰ 4 ਲਾਈਨਾਂ ਚ ਦਿੱਤਾ। ਮੁੰਦਾ ਸੰਤੋਖ, ਮੇਰੇ ਕੋਲ ਸੰਤੋਖ ਹੈਗਾ। ਲੈਟਸ ਮੇਕ ਅ ਕੁਐਸਚਨ ਹੇਅਰ। ਸ਼ਰਮ ਪਤ ਝੋਲੀ, ਮੇਰਾ ਜਿਹੜਾ ਖੱਪਰ ਹੈ ਜਿਹਦੇ ਲਈ ਮੈਂ ਮੰਗਦਾ, ਮੈਂ ਗੁਰੂ ਕੋਲੋਂ ਮੰਗਾ, ਮੈਂ ਵਾਹਿਗੁਰੂ ਕੋਲੋਂ ਮੰਗਾ। ਤੇ ਸ਼ੁਕਰ ਦੇ ਵਿੱਚ, ਸਬਰ ਦੇ ਵਿੱਚ ਧਿਆਨ ਕੀ ਕਰਾਂ ਵੀ ਉਹਦਾ ਧਿਆਨ ਹੈਗਾ ਮੈਨੂੰ। ਕਿੰਨੀ ਵਾਰੀ ਹੈਗਾ? ਰਾਤੀ ਮੈਂ ਸੌਣ ਲੱਗਿਆ ਸੋਚਾਂ ਵੀ ਅੱਜ ਮੈਂ ਕਿੰਨੀ ਦੇਰ ਤੇਰਾ ਧਿਆਨ ਕੀਤਾ, ਇਹ ਕੰਮ ਕੀਤਾ ਤੂੰ ਧਿਆਨ ਚ ਸੀਗਾ ਮੇਰੇ ਕਿ ਨਹੀਂ, ਇਹ ਕੰਮ ਕੀਤਾ ਤੂੰ ਮੇਰੇ ਧਿਆਨ ਚ ਸੀਗਾ ਕਿ ਨਹੀਂ। ਔਰ ਅਸੀਂ ਉਹ ਗੱਲ ਕੀਤੀ ਹੋਈ ਹੈ ਕਿ ਉਹ ਸਕੂਲ ਦਾ ਟੀਚਰ ਜਿਹੜਾ ਉਹ ਕਹਿੰਦਾ ਵੀ ਅੱਲਾ ਸਾਰੀ ਜਗ੍ਹਾ, ਅੱਲਾ ਹਰ ਨਾਜ਼ਰ ਹੈ, ਹਾਜ਼ਰ ਨਾਜ਼ਰ ਹੈ, ਤੇ ਉਹ ਕਹਿੰਦਾ ਅੱਲਾ ਕਿੱਥੇ ਨਹੀਂ ਹੈ। ਤੇ ਉਹ ਸਾਰੇ ਸਟੂਡੈਂਟ ਹੈਰਾਨ ਹੋ ਗਏ, ਤੇ ਉਹ ਇੱਕ ਸਟੂਡੈਂਟ ਕਹਿੰਦਾ ਜੀ ਮੈਂ ਦੱਸਦਾ। ਉਹ ਕਹਿੰਦਾ ਮੈਂ ਤੇ ਸਵਾਲ ਹੀ ਗਲਤ ਪਾਇਆ, ਬੜਾ ਪਾਗਲ ਹੈ। ਤੇ ਉਹ ਕਹਿੰਦਾ ਜੀ ਅੱਲਾ ਸਾਡੀ ਸੁਰਤ ਵਿੱਚ ਨਹੀਂ, ਸਾਡੀ ਅਵੇਅਰਨੈਸ ਨਹੀਂ, ਇੱਕ ਥਾਂ ਤੇ ਨਹੀਂ ਹੈ ਅੱਲਾ, ਸਾਰੀਆਂ ਥਾਵਾਂ ਤੇ ਹੈ, ਇੱਕ ਥਾਂ ਤੇ ਨਹੀਂ ਹੈ। ਉਹ ਕਿਹੜੀ ਥਾਂ ਹੈ? ਸਾਡੀ ਸੁਰਤ, ਮੇਰੀ ਅਵੇਅਰਨੈਸ, ਧਿਆਨ। ਮੁੰਦਾ ਖੱਪਰ ਧਿਆਨ ਵਿਭੂਤ ਕਾਲ ਖਿੰਥਾ, ਇਹ ਸਾਰੇ ਜਾਰਗਨਸ ਨੇ ਇਹਦੇ ਚ। ਕੁਆਰੀ ਕਾਇਆ, ਟ੍ਰਿਕ ਕਿਹੜੀ ਹੈ ਮੇਰੇ ਕੋਲ, ਜੁਗਤ ਕਿਹੜੀ ਹੈ, ਪ੍ਰਤੀਤ ਕੀ ਹੈ ਮੇਰੇ ਕੋਲ, ਜਮਾਤੀ ਕਿਹੜੀ ਹੈ ਮੇਰੀ। ਤੇ ਫਿਰ ਮਨ ਜੀਤੇ ਜਗ ਜੀਤ। ਪਾਸ਼ਾ ਕਹਿੰਦੇ ਆਦੇਸ਼ ਤੇ ਆਦੇਸ਼, ਆਦ ਨੀਲਾ ਨਾਦ ਨਾ ਜਗ ਜਗ ਇੱਕੋ ਦੇਸ। ਸ਼ੁਕਰ ਹੈ ਮਾਲਕ ਦਾ ਕਿ ਸਾਨੂੰ ਮੇਰੀ ਅਰਦਾਸ ਇਹੀ ਹੁੰਦੀ ਹੈ ਕਿ ਪਾਸ਼ਾ ਸਾਨੂੰ ਸਾਰਿਆਂ ਨੂੰ ਸੁਮੱਤ ਦੇ
ਕਿ ਅਸੀਂ ਮਾੜਾ ਜਿਹਾ ਤੇਰਾ ਧਿਆਨ ਕਰ ਸਕੀਏ। Isn't it beautiful? ਸਵਾਲ, input, improvisation. Please. ਇਸ ਵਿੱਚ ਜਿਹੜੇ ਜੋਗੀਆਂ ਦੇ ਚਿੰਨ ਦੱਸਣ ਵੀ ਉਹ ਪਾਤਰ ਲੈ ਕੇ ਜਾਂਦੇ ਨੇ ਤੇ ਝੋਲੀ ਪਸੰਦ ਵਿਭੂਤੀ ਲਗਾਉਂਦੇ ਨੇ, ਇਸ ਤਰ੍ਹਾਂ ਸਿੱਖੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹੀ ਦੱਸਿਆ ਵੀ ਤਿਆਗ, ਜਿਸ ਤੁਸੀਂ ਹੁਣ ਦੱਸ ਰਹੇ ਸੀ ਵੀ ਸੰਤੋਖ ਤੇ ਹੁਕਮ, ਇਸ ਚੀਜ਼ ਨਾਲ ਕੰਪੇਅਰ ਕੀਤਾ ਇਹਨਾਂ ਦਾ। ਇਹ ਚਿੰਨ੍ਹ ਸਾਡੇ ਤੇ ਉਹਨਾਂ ਦੇ ਨਹੀਂ, ਕੰਪੇਅਰ ਨਹੀਂ ਹੈ ਸਾਡਾ, ਪਲੀਜ਼ ਡੋਂਟ ਮਿਸਅੰਡਰਸਟੈਂਡ। ਨਾਟ ਕੰਪੇਅਰ ਮੀਨਸ ਕਿ ਇਹ ਹੋਣਾ ਚਾਹੀਦਾ ਹੈ ਵੀ ਬਾਦਸ਼ਾਹ ਉਹਨਾਂ ਨੂੰ ਕਹਿੰਦੇ ਤੁਹਾਡੇ ਕੋਲ ਸੰਤੋਖ ਹੀ ਨਹੀਂ ਹੈਗਾ। ਸੰਤੋਖ, ਸੰਤੋਖ ਇਜ਼ ਅ ਬਿਗ ਡੀਲ। ਸੰਤੋਖ, ਧਿਆਨ, ਸ਼ੁਕਰ, ਸਬਰ, ਪੇਸ਼ੈਂਸ, ਅਵੇਅਰਨੈਸ, ਫੀਲਿੰਗ, ਪ੍ਰਤੀਤ, ਇਹ ਸਾਰੇ ਇੱਕ ਪੌੜੀ ਦੇ ਵਿੱਚ ਇੰਨੇ ਸਾਰੇ ਜਿਹੜੇ ਸਾਡੇ ਗੋਲਡਨ ਪ੍ਰਿੰਸੀਪਲਸ ਨੇ ਨਾ ਗੁਰੂ ਨਾਨਕ ਸਾਹਿਬ ਦੇ, ਕਨਸੈਪਚੁਅਲ, ਉਹ ਹੈਗੇ ਨੇ। ਅਸੀਂ ਕੰਪੈਰੀਜ਼ਨ ਚ ਨਹੀਂ ਕਦੇ ਵੀ ਪੈਣਾ ਭੈਣ ਜੀ। ਨਹੀਂ ਕੰਪੈਰੀਜ਼ਨ ਨਹੀਂ ਹੈ, ਪਰ ਇਹ ਉਹਨਾਂ ਦਾ ਹੈ। ਜਿਸ ਤਰ੍ਹਾਂ ਅਸੀਂ ਅੱਜ ਦੀ ਆਪਣੀ ਗੱਲ ਕਰੀਏ ਕਿ ਸਾਡੇ ਚ ਸਿੱਖਾਂ ਦੇ ਵਿੱਚ ਕਈ ਹੈਗੇ ਨੇ ਆਰਗੇਨਾਈਜੇਸ਼ਨਸ, ਅਸੀਂ ਮਰਦੇ ਕਿਉਂ? ਅਸੀਂ ਕੰਪੈਰੀਜ਼ਨ ਚ ਪੈਂਦੇ ਹਾਂ। ਉਹ ਕਰਦੇ ਨੇ, ਉਹ ਮੁਬਾਰਕ ਹੈ ਉਹਨਾਂ ਨੂੰ। ਅਸੀਂ ਕਰਨਾ ਕਿ ਨਹੀਂ, ਸਾਡੀ ਚੋਇਸ ਹੈ। ਹੁਣ ਅਸੀਂ ਦੇਖਿਆ ਜਾਏ ਤੇ ਅਸੀਂ ਤੇ ਬੇਸਿਕਲੀ ਅਸੀਂ ਡਿਫੂਟ ਹੋ ਚੁੱਕੇ ਹਾਂ ਨਾ ਗੋਲਡਨ ਪ੍ਰਿੰਸੀਪਲਸ ਤੋਂ। ਪਰ ਉਹ ਕਹਿਤਾ ਰਹਿਣਾ ਵੀ ਸੰਤੋਖ ਰੱਖੋ, ਧਿਆਨ ਕਰੋ। ਹਾਂਜੀ ਭਈ ਜੋਗੀ ਜੀ ਤੁਸੀਂ ਮੁੰਦਰਾਂ ਪਾਈਆਂ ਨੇ, ਸਬਰ ਕਰੋ। ਸਬਰ ਕਿੱਥੇ ਤੁਹਾਡੇ ਕੋਲ? ਗੁਰੂ ਸਾਹਿਬ ਤੇ ਕਹਿ ਸਕਦੇ ਨੇ ਨਾ, ਉਹਨਾਂ ਦੀ ਗੱਲ ਹੈ। ਪਰ ਉਹ ਕਹਿਣਾ ਧੀ ਨੂੰ, ਸੁਣਾਣਾ ਨੂੰ ਮੈਂ ਦੇਖਣਾ ਕਿ ਮੇਰੇ ਚ ਸੰਤੋਖ ਹੈਗਾ। ਗੁਰੂ ਕੋਲ ਤਾਂ ਕਿੰਨਾ ਦੇਖੋ ਤੁਸੀਂ, ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹਨੂੰ ਅਸੀਂ ਅੱਜ ਨਮਸਕਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ, ਇਹਨਾਂ ਦੇ ਵਿੱਚ ਜਿਹੜੇ ਭਗਤ ਜਨ ਨੇ, ਕੋਈ ਵੀ ਮਤਲਬ ਬਹੁਤ ਘੱਟ ਇੱਕਾ ਦੁੱਕਾ ਹੋਣਗੇ ਜਿਹੜੇ ਉੱਚ ਕੁਲੀਨ ਹੋਣਗੇ, ਉੱਚ ਕੁਲ ਦੇ। ਇਹਨਾਂ ਸਾਰਿਆਂ ਨੂੰ they were rejected and dejected by ਬਾਹਮਣ। ਗੁਰੂ ਸਾਹਿਬ ਨੇ ਇਹਨਾਂ ਨੂੰ ਪ੍ਰਮਲਗੇਟ ਕੀਤਾ। ਦੇਖੋ ਉਹਨਾਂ ਦੀ, ਇਸੇ ਕਰਕੇ ਉਹਨਾਂ ਦੀ ਸਾਰਿਆਂ ਦੀ ਬਾਣੀ ਜਿਹੜੀ ਹੈ ਵਰਨ ਵੰਡ ਦੇ ਖਿਲਾਫ, ਜਾਤ ਪਾਤ ਦੇ ਖਿਲਾਫ, ਡੌਗਮਾਸ ਦੇ ਖਿਲਾਫ, ਇਹੀ ਤੇ ਵਜ੍ਹਾ। ਔਰ ਗੁਰੂ ਸਾਹਿਬ ਨੇ ਚੁਣ ਚੁਣ ਕੇ ਉਹਨਾਂ ਸਾਰਿਆਂ ਨੂੰ ਇਕੱਠਿਆ ਕੀਤਾ ਡਿਊਰਿੰਗ ਹਿਸ ਟਰੈਵਲਸ। ਫਿਰ ਸਭ ਤੋਂ ਵੱਡੀ ਗੱਲ ਉਹਦੇ ਚ ਗਾਥਾ ਦੇ ਵਿੱਚ ਆਉਂਦਾ ਵੀ ਭਾਈ ਮਰਦਾਨਾ ਜੀ ਜਿਸ ਵੇਲੇ ਵੱਡੇ ਸਨ ਗੁਰੂ ਸਾਹਿਬ ਤੋਂ 10 ਸਾਲ, ਜਿਸ ਵੇਲੇ ਉਹਨਾਂ ਦਾ ਅੰਤ ਸਮਾਂ ਆ ਗਿਆ ਤੇ ਗੁਰੂ ਸਾਹਿਬ ਕਹਿੰਦੇ ਭਈ ਹਾਂਜੀ ਮਰਦਾਨਾ ਜੀ ਤੁਸੀਂ ਬਹੁਤ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਤੇ ਸਾਡਾ ਵੀ ਬੜਾ ਸਾਥ ਨਿਭਾਇਆ, ਸਾਡੀ ਬੇਨਤੀ ਮੰਨੀ। ਕਿਉਂਕਿ ਮਰਦਾਨਾ ਜੀ ਨੇ ਇੱਕ ਵਾਰੀ ਕਿਹਾ ਵੀ ਮੈਂ ਨਹੀਂ, ਤੇ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਤੇਰੀ ਲੋੜ। ਗੁਰੂ ਸਾਹਿਬ ਨੇ ਕਿਸੇ ਨੂੰ ਕਦੀ ਨਹੀਂ ਕਿਹਾ ਸਾਨੂੰ ਤੇਰੀ ਲੋੜ ਹੈ। ਕੀਰਤਨੀਆਂ ਦਾ ਇੰਨਾ ਵੱਡਾ ਰੁਤਬਾ ਹੈ ਜਿਹਨੂੰ ਅਸੀਂ ਗਵਾ ਬੈਠੇ ਹੋਏ ਹਾਂ। ਸਾਡੇ ਕੀਰਤਨੀਏ ਤੇ ਇਹ ਸੋਚਦੇ ਨੇ ਕਿ ਸਾਨੂੰ ਮਾਇਆਧਾਰੀਆਂ ਦੀ ਲੋੜ ਹੈ। ਗਰੀਬ ਆਦਮੀ ਹੋਵੇ ਕਹਿੰਦੇ ਨੇ ਅਸੀਂ ਬੋਕਾ। ਤੇ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਬਹੁਤ ਸੇਵਾ ਕੀਤੀ ਏ, ਤੇ ਇਹ ਦੱਸੋ ਭਈ ਤੁਹਾਨੂੰ ਕਬਰ ਦੇ ਵਿੱਚ ਨਹੀਂ, ਪਹਿਲੇ ਕਹਿੰਦੇ ਨੇ ਵੀ ਤੁਹਾਡਾ ਲਾਸਟ ਰਾਈਟਸ ਕਿਵੇਂ ਕਰੀਏ। ਸਾਨੂੰ ਇਹ ਤਾਂ ਪਤਾ ਵੀ ਤੁਸੀਂ ਹੁਣ ਨਾ ਮੁਸਲਮਾਨ ਹੋ ਤੇ ਨਾ ਹਿੰਦੂ ਹੋ, ਤੇ ਕੀ ਚੰਦਨ ਦੇ ਨਾਲ, ਮਣਾ ਮੋਈ ਚੰਦਨ ਦੇ ਨਾਲ ਤੁਹਾਡਾ ਸੰਸਕਾਰ ਕਰੀਏ, ਜਾਂ ਕੋਈ ਤੁਹਾਨੂੰ ਮਤਲਬ ਬੜਾ ਸ਼ੋਅ ਆਫ ਕਰਕੇ ਬਬਾਣ ਬਬੂਣ ਕੱਢੀਏ ਤੁਹਾਡਾ,
ਜਾਂ ਤੁਹਾਡਾ ਪਾਣੀ 'ਚ ਹੀ ਤੁਹਾਨੂੰ ਰੋੜ ਦਈਏ ਜਾਂ ਤੁਹਾਨੂੰ ਚਿੱਕੜ 'ਚ ਸੁੱਟ ਦਈਏ। ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਗੁਰੂ ਸਾਹਿਬ ਮੈਨੂੰ ਕੀ ਫ਼ਰਕ ਪੈਣਾ, ਤੁਸੀਂ ਮੈਨੂੰ ਇੰਨੀ ਕਿਰਪਾ ਕੀਤੀ ਹੈ ਸਾਰੀ ਉਮਰ, ਮੈਨੂੰ ਸਮਝਾਇਆ ਹੈ ਕਿ ਸੱਚ ਕੀ ਹੈ, ਤੇ ਕਹਿੰਦੇ ਮੈਨੂੰ ਕੋਈ ਫ਼ਰਕ ਨਹੀਂ ਹੈ ਕਿ ਭਾਵੇਂ ਉਹ ਬਾਣੀ 'ਚ ਬਾਅਦ ਦੇ ਵਿੱਚ ਆਇਆ ਵੀ ਨਾ ਕਿ ਜੋ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ, ਜੋ ਮ੍ਰਿਤਕ ਕੋ ਬਿਸ਼ਟਾ ਮਾਇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਏ। ਗੁਰੂ ਸਾਹਿਬ ਕਹਿੰਦੇ ਚਲੋ ਤੁਸੀਂ ਬਹੁਤ ਉਸਤਤ ਕੀਤੀ ਹੈ ਤੇ ਕੋਈ ਸੋਹਣੀ ਜੀ ਤੁਹਾਡੀ ਕਬਰ ਬਣਾਈਏ, ਕੋਈ ਡੇਰਾ ਜਿਹਾ ਬਣਾ ਦਈਏ। ਇਹ ਗੱਲ ਨੋਟ ਕਰਨ ਵਾਲੀ ਮੈਨੂੰ ਬੜੀ ਚੰਗੀ ਲੱਗੀ। ਭਾਈ ਮਰਦਾਨਾ ਜੀ ਕਹਿੰਦੇ ਕਿ ਤੂੰ ਜਾਣੀ ਜਾਣ ਹੈ ਯਾਰਾ, ਮਸਾਂ ਇੱਕ ਕਬਰ ਚੋਂ ਮੈਂ ਨਿਕਲਣਾ। ਖਿਆਲ ਕਰੀਏ, ਕਹਿੰਦੇ ਮੈਂ ਇੱਕ ਕਬਰ ਚੋਂ ਨਿਕਲਣਾ ਹੈ ਤੇ ਤੂੰ ਮੈਨੂੰ ਫੇਰ ਦਰਗੋਰ ਕਰ ਦੇਗਾ, ਫੇਰ ਮੈਨੂੰ ਕਬਰ ਚ ਪਾ ਦੇਗਾ। ਥਾਟ ਪ੍ਰੋਸੈਸ ਕਿ ਹੁਣ ਤੇ ਮੈਂ ਅਭੇਦ ਹੋਣਾ। ਕਿਆ ਕਮਾਲ ਦੀ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਹੋਈ ਹੈ ਸਾਨੂੰ। ਸਦਕੇ ਨਾ ਜਾਈਏ, ਪਰ ਅਸੀਂ ਕਿੱਥੇ ਜਾਂਦੇ? ਸਾਡਾ ਸਦਕਾ ਵੀ ਜਿਹੜਾ ਉਹ ਮੰਗ ਦੇ ਰੂਪ ਵਿੱਚ ਹੈ, ਸਾਡਾ ਸ਼ੁਕਰ ਵੀ ਜਿਹੜਾ ਉਹ ਮੰਗ ਦੇ ਰੂਪ ਚ ਹੈ, ਸੰਤੋਖ ਵੀ ਜਿਹੜਾ ਮੰਗ ਦੇ ਰੂਪ ਵਿੱਚ ਹੈ। ਅਸੀਂ ਕਦੀ ਵੀ ਸੈਲਫਲੈਸ ਹੋ ਕੇ ਨਹੀਂ ਮੰਗਦੇ, ਨਹੀਂ ਕਹਿੰਦੇ ਉਹਨੂੰ ਪੂਜਦੇ ਹੀ ਨਹੀਂ ਸੈਲਫਲੈਸ ਹੋ। ਨਿਤਨੇਮ ਦੀ ਅਰਦਾਸ, ਪੜਿਆ ਸੁਣਿਆ ਦਰਗਾਹ ਪ੍ਰਵਾਨ ਕਰਨਾ, ਦੇਖੋ ਨਾ, ਕੀਰਤਨ ਦੀ ਅਰਦਾਸ, ਆਏ ਗਏ ਦੀ ਹਾਜ਼ਰੀ ਕਬੂਲ ਕਰਨ। ਕਿਉਂ ਬਈ? ਮਤਲਬ ਕਿਧਰੇ ਵੀ ਅਸੀਂ ਸੈਲਫਲੈਸ, we have conditioned, we have styled our ਜਿਹੜਾ ਸਿਸਟਮ ਹੈ ਸਾਰਾ। ਤੇ ਉਹ ਚਾਚਾ ਗਾਲਿਬ ਕਹਿੰਦਾ ਨਾ, हुए मर के हम जो रुसवा, हुए क्यों ना गर के दरिया। ਕਹਿੰਦਾ ਅਸੀਂ ਮਰ ਕੇ ਜੇ ਬਦਨਾਮ ਹੋਏ, ਕਹਿੰਦਾ ਅਸੀਂ ਦਰਿਆ ਚ ਗਰਕ ਕਿਉਂ ਨਾ ਹੋ ਗਏ। ਨਾ ਕहीं जनाजा उठता, ना कहीं मजार होता। ਇਹ ਨਹੀਂ ਕਿ ਲੋਕ ਦੂਸਰੇ ਧਰਮਾਂ ਚ ਇਸ ਗੱਲ ਨੂੰ ਫੋਲੋ ਨਹੀਂ ਕਰਦੇ, ਜਿਹੜੇ ਹੈਗੇ ਨੇ ਉਹ ਹੈਗੇ ਨੇ, ਪਰ ਅਸੀਂ ਨਹੀਂ ਸਮਝਿਆ। ਚਲੋ ਬਸ ਕਰੀਏ, ਮੈਂ ਬਸ ਕਰਾਂ, ਤੁਸੀਂ ਕਰੋ। ਹਾਂਜੀ, ਪਹਿਲਾਂ ਹੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਅਸੀਂ ਹੁਣ ਸਿੱਖ ਉਹੀ ਯੋਗੀ ਨਹੀਂ ਬਣੇ। ਬਾਣਾ ਪਾਇਆ, ਕਿਰਪਾਨ ਚੁੱਕੀ, ਕੜਾ ਪਾਇਆ, ਕੰਗਾ, ਕਛਹਿਰਾ। We also have become symbolistic more than the internal self of ourselves. Wasn't the intention of the gurus, but ਅਖੀਰ ਤੇ ਆਪਾਂ ਤਾਂ ਉਹੀ ਯੋਗੀ ਜਿਹੜੇ ਬਾਰੇ ਗੁਰੂ ਨਾਨਕ ਨੇ ਕਿਹਾ ਸੀਗਾ, ਆਪਾਂ ਤਾਂ ਉਹੀ ਬਣ ਗਏ ਸੀ ਨਾ, ਬਣ ਗਏ ਨਾ। Yeah, I'm sorry, but no, it's so true। ਕਿਉਂ ਜੀ? ਆਪਣੀ ਆਪਣੀ ਰਾਏ ਦਿਓ ਬਈ, ਮੈਨੂੰ ਕੀ ਕਹਿੰਦੇ ਹੋ? ਅਨਮਿਊਟ ਕਰੋ, ਥੋੜੀ ਜਿਹੀ ਗੱਲਬਾਤ ਕਰੀਏ ਯਾਰ। ਹਾਂ ਠੀਕ ਹੈ, ਉਹਨਾਂ ਦੇ ਡਿਫਰੈਂਟ ਚਿੰਨ ਸਨ, ਸਾਡੇ ਡਿਫਰੈਂਟ ਚਿੰਨ ਹੁਣ ਅਸੀਂ ਰੱਖ ਦਿੱਤੇ। ਮੈਂ ਕਹਿੰਦਾ ਹੁੰਦਾ ਵੀ ਜੇ ਕਿਧਰੇ ਬਾਬਾ ਜੀ ਅੱਜ ਆ ਜਾਣ ਨਾ, ਤੇ ਜਿਸ ਤਰ੍ਹਾਂ ਦਾ ਅੱਜ ਕੱਲ ਦੇ ਬਜ਼ੁਰਗਾਂ ਦਾ ਹਾਲ ਹੁੰਦਾ, ਜਾਂ ਤੇ ਗਾਲਾਂ ਕੱਢਦੇ ਨੇ ਨਿਆਣਿਆਂ ਨੂੰ ਵੀ ਤੁਹਾਡਾ ਬੇੜਾ ਤਰ ਜੇ, ਤੁਸੀਂ ਮੇਰਾ ਨਾਂ ਡੋਬਤਾ, ਜਾਂ ਦੁਹੱਥੜ ਮਾਰਦੇ ਨੇ ਜੇ ਨਿਆਣੇ ਪੁਰਜੋਰ ਹੋਣ ਨਾ, ਜ਼ੋਰਦਾਰ ਹੋਣ ਵੀ ਇਹ ਪੈ ਵੀ ਜਾਣਗੇ ਸਾਨੂੰ, ਤੇ ਫਿਰ ਜਿਹੜੇ ਬਜ਼ੁਰਗ ਨੇ ਅੱਜ ਕੱਲ ਦੇ ਮੱਥਾ ਮਾਰਦੇ ਵੀ ਕਿੱਥੇ ਜੰਮਤੇ ਮੈਂ। ਤੇ ਜੇ ਬਾਬਾ ਜੀ ਅੱਜ ਆ ਜਾਣ ਨਾ, ਤੇ ਉਹ ਮੱਥਾ ਵੀ ਮਾਰਨਗੇ, ਉਹ ਦੁਹੱਥੜ ਵੀ ਮਾਰਨਗੇ ਵੀ ਮੈਂ ਇਹਨਾਂ ਦੇ ਲਈ ਆਪਣੀ ਉਮਰ ਸਾਰੀ ਖਰਾਬ ਕਰਤੀ ਨਾ, ਮੈਂ ਪਰਿਵਾਰ ਦਾ ਮਾਫ ਕਰਨਾ, ਇਟਸ ਮਾਈ ਫੀਲਿੰਗ। ਜਵਾਨੀ ਦੇ ਵਿੱਚ ਪਰਿਵਾਰ ਨੂੰ ਛੱਡ ਕੇ ਚੜਿਆ ਸੋਧਨ ਧਰਤ ਲੁਕਾਈ ਕੀਤਾ ਉਹਨਾਂ ਨੇ। ਸੈਲਫਲੈਸ ਜ਼ਿੰਦਗੀ ਸ਼ੁਰੂ ਹੋ ਗਈ, ਬਚਪਨ ਤੋਂ ਸੀਗੀ।
ਬੱਚਿਆਂ ਦਾ ਤੇ ਮਾਤਾ ਜੀ ਦਾ, ਸੁਲੱਖਣੀ ਜੀ ਦਾ ਹੱਥ ਸਹੁਰਾ ਸਾਹਿਬ ਨੂੰ ਫੜਾ ਕੇ ਤੇ ਆਪ ਤੁਰਦੇ ਹੋਏ। ਕੌਣ ਕਰਦਾ? ਫਿਰ ਜਿਹੜੀ ਗੱਲ ਕਹੀ, ਹੀ ਵਾਕਡ ਹਿਸ ਟਾਕ, ਜੋ ਉਹਨਾਂ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਬੁੱਢੇ ਬਾਰੇ ਆ ਕੇ ਕਰਤਾਰਪੁਰ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਹਵਾਲਾ ਕਿ ਗੁਰੂ ਸਾਹਿਬ ਜਿਹੜੀ ਜਿਨਸ ਹੁੰਦੀ ਸੀ ਉਹਨਾਂ ਦੀ, ਉਹਦਾ 3 ਹਿੱਸੇ ਕਰਦੇ ਸਨ। ਅਸੀਂ ਦਸਵੰਧ ਦੀ ਗੱਲ ਕਰਦੇ ਆ ਨਾ, ਉਹ ਵੀ ਨਹੀਂ ਦਿੰਦੇ। ਜੇ ਅਸੀਂ ਦਿਆਨਤਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਆਪਣਾ ਦਸਵੰਧ ਦਈਏ ਨਾ, ਤੇ ਸਾਡੇ ਕੋਈ ਗੁਰਦੁਆਰੇ ਸਾਰੀ ਕੌਮ ਦੇ ਉਹ ਠੀਕ ਠਾਕ ਚੱਲਣ, ਕੋਈ ਕਿਸੇ ਨੂੰ ਮੰਗਣ ਦੀ ਲੋੜ ਨਹੀਂ। ਤੇ ਗੁਰੂ ਸਾਹਿਬ ਕੀ ਕਰਦੇ ਸਨ? ਆਪਣੀ ਜਿੰਨੀ ਉਹਨਾਂ ਦੀ ਖੇਤੀ ਦੀ ਆਮਦਨ ਸੀ, 3 ਹਿੱਸੇ, 1 ਹਿੱਸਾ ਲੋੜਵੰਦ ਨੂੰ ਸਭ ਤੋਂ ਪਹਿਲੇ, ਦੂਸਰਾ ਹਿੱਸਾ ਜਿਹੜੀ ਧਰਮਸ਼ਾਲ ਉਹਨਾਂ ਨੇ ਬਣਾਈ ਸੀ ਕਰਤਾਰਪੁਰ, ਤੀਜਾ ਹਿੱਸਾ ਪਰਿਵਾਰ ਲਈ। He did that. ਅਸੀਂ ਦਸਵੰਧ ਤੇ ਪਿੱਛੇ ਰਹਿ ਗਿਆ। ਅੱਜ ਜਦੋਂ ਕੋਈ ਕਹਿੰਦਾ ਸਾਨੂੰ, ਹੈਗੇ ਨੇ ਬੜੇ ਲੋਕ ਜਿਹੜੇ ਬਹੁਤ ਖੁੱਲੇ ਦਿਲ ਦੇ ਨਾਲ ਡੋਨੇਟ ਕਰਦੇ ਨੇ ਸੰਸਥਾਵਾਂ ਨੂੰ, ਆਰਗੇਨਾਈਜੇਸ਼ਨਸ ਨੂੰ, ਪਰ ਫਿਰ ਵੀ ਪੂਰਾ ਨਹੀਂ ਹੁੰਦਾ। ਉਹ ਉਹਨਾਂ ਦੇ ਜੇ ਹਿਸਾਬ ਲਾਉਣ ਤੇ ਡੰਡੀ ਫਿਰ ਵੀ ਮਾਰੀ ਹੁੰਦੀ ਉਹਨਾਂ ਨੇ। ਜੇ ਇੱਕ ਗੁਰਦੁਆਰੇ ਦੇ ਮੈਂਬਰਸ ਜਿਹੜੇ ਆ ਉਹ ਸਿਰਫ ਔਰ ਸਿਰਫ ਆਪਣਾ ਦਸਵੰਧ ਦੇਣ ਦਿਆਨਤਦਾਰੀ ਨਾਲ, ਅਸੀਂ ਦਿਆਨਤਦਾਰ ਨਹੀਂ ਹਾਂ ਨਾ, ਤੇ ਕਿਸੇ ਗੁਰਦੁਆਰੇ 'ਚ ਕੋਈ ਘਾਟ ਨਹੀਂ। ਸੋਚੀਏ, ਮੈਂ ਸਿਰਫ ਇੱਕ ਪੱਖ ਦੀ ਗੱਲ ਕੀਤੀ। ਗੁਰੂ ਸਾਹਿਬ ਦਾ ਤੇ ਕਈ ਕੁਛ ਚੱਲਦਾ ਪਿਆ। ਉਹ ਇੱਕ ਬੜਾ ਵੱਡਾ ਸਿੱਖ ਸੀਗਾ, ਉਹਨੇ ਇੱਕ ਦੁਸ਼ਾਲਾ ਜਿਹੜਾ ਸੀ ਗੁਰੂ ਸਾਹਿਬ ਲਈ ਬਣਾ ਕੇ ਲਿਆਂਦਾ। ਤੇ ਜਦੋਂ ਸਰਦੀਆਂ ਸੀਗੀਆਂ ਤੇ ਜਿੱਥੇ ਨਾਲ ਦੇ ਪਿੰਡ 'ਚ ਉਹਦੇ ਸਾਹਮਣੇ ਇੱਕ ਬੁੱਢਾ ਜਿਹੜਾ ਸੀ ਉਹ ਠੁੱਠੁਰ ਕਰਦਾ ਪਿਆ ਸੀ। ਉਹਨੇ ਕਿਹਾ ਵੀ ਮੈਨੂੰ ਯਾਰ ਕੋਈ ਦੇ ਦੇ ਲੈਣ ਲਈ, ਤੇ ਕਹਿੰਦਾ ਗੁਰੂ ਸਾਹਿਬ ਲਈ ਤਿਆਰ ਹੋ ਰਿਹਾ। ਜਦੋਂ ਲੈ ਕੇ ਆਏ, ਅਗਲੇ ਦਿਨ ਕਰਤਾਰਪੁਰ ਸਾਹਿਬ ਭੇਟ ਕੀਤਾ, ਗੁਰੂ ਸਾਹਿਬ ਕਹਿੰਦੇ ਦੀ ਮੈਨੂੰ ਲੋੜ ਹੀ ਨਹੀਂ, ਇਹਦੀ ਲੋੜ ਰਾਤੀ ਸੀਗੀ, ਤੂੰ ਦਿੱਤਾ ਨਹੀਂ। अपना आपा नहीं असी दे सके। मन बेचे सतगुर के पास तिसके वटकार राशि है। मैं फिर बोल पाना यार, सॉरी, आई एम शट अप। हाँ जी, हु एल्स? बाबा जी देव दर्शन। मैं क्या लड्डू खान तो बाद मुंह मिठा हुंदा ते ਸਾਡੇ ਕੋਲ ਤੇ ਲੂਣ ਦੀ ਡਲੀ ਆ, ਮੁੜ ਕੇ ਥੂ ਥੂ ਕਰੋਗੇ। ਹਾਂਜੀ, ਥੈਂਕ ਯੂ। ਮੈਂ ਕਿਹਾ ਗੁਰੂ ਸਾਹਿਬ ਨੇ ਜੋਗੀ ਦੀ ਚੰਗੀ ਕਲਾਸ ਲਾਈ ਲੱਗਦੀ ਹੈ। ਹਾਂਜੀ, ਜੋਗੀ ਦੀ ਚੰਗੀ ਕਲਾਸ ਲਾਈ ਹੈ। ਤੇ ਜੇ ਮੈਂ ਜੋਗੀ ਦੀ ਤਰ੍ਹਾਂ ਤੇ ਖਲੋਤਾ ਹੋਵਾਂ ਤੇ ਕਲਾਸ ਲੱਗਦਾ ਮੇਰੇ ਲਈ ਵੀ ਆ। ਆਹੋ, ਇਹ ਸਾਰੇ ਚਲੋ ਅਸੀਂ ਤੇ ਜੋਗੀ ਤੇ ਨਹੀਂ, ਪਰ ਜਿਹੜੀ ਜੋਗੀ ਦੀ ਪ੍ਰੋਬਲਮ ਹੈ ਉਹ ਮੇਰੀ ਪ੍ਰੋਬਲਮ ਬਿਲਕੁਲ ਉਹ ਪ੍ਰੋਬਲਮ ਹੈ। ਹਾਂਜੀ, ਥੈਂਕ ਯੂ। ਅੱਛਾ, ਹੁਣ ਇਹਦਾ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ ਤੇ ਇੱਕ ਜੋਗੀ ਦਾ ਜਿਹੜਾ ਕੀ ਕੈਰੈਕਟਰ ਆ, ਵੀ ਹਿਜ਼ ਸਟਾਈਲ ਆਫ ਲਿਵਿੰਗ ਲਾਈਫ is not ਗੁਰੂ ਸਾਹਿਬ ਨੂੰ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ। ਵੀ the life you living is not a good way of living life। ਤੇ ਜਿਹੜਾ ਮੇਨ ਪੁਆਇੰਟ ਉੱਭਰ ਕੇ ਇਸ ਸ਼ਬਦ ਵਿੱਚ ਆਇਆ ਵਾ, ਉਹ ਆ ਮਨ ਜੀਤੇ ਜਗ ਜੀਤ। ਅੱਛਾ, ਹੁਣ ਮਨ ਜਿਹੜਾ ਅਜਿੱਤਿਆ, ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਤੇ ਮਨ ਦੀ ਟੀਮ ਦੇ ਵਿੱਚ ਇੱਕ ਤੇ ਮਨ ਆ, ਉਹ ਬੜਾ ਸ਼ਕਤੀਸ਼ਾਲੀ ਆ ਤੇ ਤਾਕਤਵਰ ਆ, ਤੇ ਨਾਲ ਹੀ ਉਹਦਾ ਦੂਜਾ ਜਿਹੜਾ ਮੈਂਬਰ ਆ ਉਹ ਸੰਸਾਰ, ਜੱਗ ਆ, ਸੰਸਾਰ ਆ।
ਉਹ ਇੱਕ ਟੀਮ ਦੇ ਮੈਂਬਰ ਆ। ਅੱਛਾ, ਤੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਮਨ ਨੂੰ ਜਿੱਤ ਸਕਦਾ ਵਾ, ਪਰ ਤੇਰੇ ਨਾਲ ਹੋਰ ਪਲੇਅਰ ਚਾਹੀਦੇ ਆ ਤਾਂ ਤੂੰ ਜਿੱਤ ਸਕਦਾ। ਤੇ ਕਿਹੜੇ ਕਿਹੜੇ ਪਲੇਅਰ ਤੇਰੇ ਕੋਲ ਹੋਣ ਤੇਰੀ ਟੀਮ ਦੇ, ਉਹਦੇ ਵਿੱਚ ਤੇਰੇ ਕੋਲ ਸੰਤੋਖ ਹੋਵੇ, ਸਤ ਸੰਤੋਖ, ਉਹਦੇ ਵਿੱਚ ਤੇਰੇ ਕੋਲ ਉਦਮ ਹੋਵੇ। ਹਾਂਜੀ, ਉਦਮ ਦੇ ਨਾਲ ਨਾਲ ਤੂੰ ਸੰਤੋਖ ਨੂੰ ਤੇ ਉਦਮ ਨੂੰ ਕਿੱਦਾਂ ਆਪਰੇਟ ਕਰਨਾ ਵਾ, ਉਹ ਤੇਰੇ ਕੋਲ ਅਲਰਟਨੈਸ ਹੋਵੇ, ਤੂੰ ਧਿਆਨ 'ਚ ਰਵੇਂ। ਅੱਛਾ, ਹੋਰ ਤੇਰੀ ਟੀਮ 'ਚ ਕਿਹੜੇ ਬੰਦੇ ਚਾਹੀਦੇ ਆ? ਤੇਰੇ ਕੋਲ ਮੌਤ ਦਾ ਡਰ ਹੋਵੇ, ਓਕੇ, ਤੇ ਜਿਹੜੀ ਤੇਰੀ ਕਾਇਆ ਵਾ ਉਹ ਮਤਲਬ ਕਰੈਕਟਰਫੁੱਲ ਹੋਵੇ, ਵਕਾਰਾਂ ਤੋਂ ਰਹਿਤ ਹੋਵੇ, ਇਹ ਇੱਕ ਖਾਸ ਵਿਧੀ ਹੋਵੇ। ਤੇ ਦੂਜਾ ਤੇਰਾ ਅਨਰੋਕੇਬਲ ਵਿਸ਼ਵਾਸ ਪਰਮਾਤਮਾ ਤੇ ਹੋਵੇ, ਪ੍ਰਤੀਤ। ਤੇਰੀ ਟੀਮ ਦੇ ਵਿੱਚ ਮੈਂਬਰ ਚਾਹੀਦੇ ਆ, ਪ੍ਰਤੀਤ ਹੋਵੇ, ਓਕੇ, ਤੇ ਤੂੰ ਵਕਾਰਾਂ ਤੋਂ ਰਹਿਤ ਹੋਵੇ, ਮੌਤ ਦੇ ਡਰ ਤੋਂ, ਤੂੰ ਮੌਤ ਦਾ ਡਰ ਹੋਵੇ ਤੈਨੂੰ, ਇਹ ਵੀ ਤੇਰੀ ਟੀਮ ਦਾ ਇੱਕ ਮੈਂਬਰ ਚਾਹੀਦਾ। ਸੰਤੋਖ ਹੋਵੇ ਤੇ ਉਦਮ ਹੋਵੇ ਤੇ ਤੇਰਾ ਧਿਆਨ ਹੋਵੇ। ਇਨ ਐਡੀਸ਼ਨ ਟੂ ਦੈਟ ਤੇਰੇ ਕੋਲ ਹੋਰ ਕਿਹੜੀ ਚੀਜ਼ ਚਾਹੀਦੀ ਹੈ ਜਿਹਦੇ ਨਾਲ ਤੂੰ ਮਨ ਨੂੰ ਡਿਫੀਟ ਕਰ ਸਕਦਾ? ਉਹਦੇ ਨਾਲ ਤੇਰੇ ਕੋਲ ਇਕੁਆਲਿਟੀ ਆਫ ਲਾਈਫ, ਯੂ ਟਰੀਟ ਆਲ them equally, ਕਿ ਆਈ ਪੰਥੀ ਜਿਹੜੀ ਉਹ ਲਈ ਫਿਰਦਾ, ਕਿਹਨਾਂ ਤੂੰ ਮੈਂ ਆਈ ਪੰਥੀ ਦਾ ਮੈਂਬਰ ਆ ਤੇ ਨਨ ਲਾਈਕ ਅਦਰਸ, ਇਹਦੇ ਨਾਲ ਤੇਰੀ ਗੱਲ ਨਹੀਂ ਬਣਨੀ। ਇਹ ਜਿਹੜਾ ਤੇਰਾ ਜਿਹੜਾ ਟੀਮ ਦਾ ਮੈਂਬਰ ਹੈ ਨਾ ਆਈ ਪੰਥੀ, ਇਹਨੇ ਤੈਨੂੰ ਹਰਾਉਣ ਦੀ ਕੋਸ਼ਿਸ਼ ਕਰਨੀ, ਤੈਨੂੰ ਜਿਤਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਇਹ ਵੀਕ ਪੁਆਇੰਟ ਹੈ ਤੇਰਾ। ਅੱਛਾ, ਤੇ ਜਦੋਂ ਤੇਰੇ ਕੋਲ ਕੁਆਲਿਟੀ ਆਫ ਲਾਈਫ ਆ ਜਾਏਗੀ ਤੇ ਫਿਰ ਜਿਹੜਾ ਤੂੰ ਮਨ ਨੂੰ ਜਿੱਤ ਲਏਗਾ, ਫਿਰ ਤੂੰ ਮਨ ਨੂੰ ਡਿਫੀਟ ਕਰੇਗਾ, ਤੇ ਮਨ ਦੇ ਡਿਫੀਟ ਹੁੰਦਿਆਂ ਸਾਰੀ ਸੰਸਾਰ ਨੇ ਡਿਫੀਟ ਹੋ ਜਾਣਾ। ਅੱਛਾ, ਇਨ ਐਡੀਸ਼ਨ ਟੂ ਦੈਟ ਹੋਰ ਤੂੰ ਕੀ ਕਰਨਾ ਵਾ? ਆਦੇਸ਼ ਤਿਸੇ ਆਦੇਸ਼, ਇਹ ਗੱਲ ਪੱਕੀ ਤੈਨੂੰ ਤੇਰੇ ਮਨ ਵਿੱਚ ਵਸ ਜੇ ਕਿ ਤੂੰ ਉਸ ਪਰਮਾਤਮਾ ਨੂੰ ਸਮਰਪਿਤ ਹੋ, ਉਹਨੂੰ ਤੇਰਾ ਸਲੂਟ ਹੋਵੇ, ਉਹਨੂੰ ਕਿ ਸੱਚੇ ਪਾਤਸ਼ਾਹ ਤੂੰ ਹੀ ਮੇਰਾ ਵਾ ਸਭ ਕੁਝ, ਓਕੇ, ਮੇਰੀ ਤੈਨੂੰ ਪ੍ਰਣਾਮ ਆ। ਆਦੇਸ਼ ਤਿਸੇ ਆਦੇਸ਼, ਉਸ ਪਰਮਾਤਮਾ ਨੂੰ ਤੂੰ ਏਦਾਂ ਰਿਸਪੈਕਟ ਦੇ ਕਿ ਜਿੱਦਾਂ ਕਈ ਲੋਕੀ ਫੌਜੀ ਜਰਨਲਾਂ ਕਰਨ ਸਲੂਟ ਮਾਰਦੇ ਆ ਨਾ, ਤੇ ਸੁਪੀਰੀਅਰ ਅਫਸਰ ਹੁੰਦੇ ਆ, ਸਿਮਿਲਰਲੀ ਤੂੰ ਉਸ ਪਾਤਸ਼ਾਹ ਨੂੰ ਉਹਦੇ ਅੱਗੇ ਤੂੰ ਝੁਕ, ਓਕੇ, ਤੇ ਇਹਨਾਂ ਜਦੋਂ ਚੀਜ਼ਾਂ ਕਰ ਲਵੇਂਗਾ ਨਾ ਤੇ ਫਿਰ ਤੂੰ ਮਨ ਨੂੰ ਜਿੱਤ ਲਵੇਂਗਾ। ਪਰ ਜਿਹੜੀਆਂ ਚੀਜ਼ਾਂ ਤੇਰੀ ਟੀਮ ਦੇ ਜਿਹੜੇ ਮੈਂਬਰ ਤੂੰ ਲਈ ਫਿਰਦੇ ਆ, ਉਹਨਾਂ ਕਰਕੇ ਤੂੰ ਮਨ ਨੂੰ ਨਹੀਂ ਜਿੱਤ ਸਕਦਾ, ਤੂੰ ਸੰਸਾਰ ਨੂੰ ਨਹੀਂ ਜਿੱਤ ਸਕਦਾ, ਤੇ ਨਾ ਤੈਨੂੰ ਇਹ ਸਮਝ ਆਉਣੀ ਆ ਕਿ ਮੈਂ ਉਸ ਸੱਚੇ ਪਾਤਸ਼ਾਹ ਨੂੰ ਪ੍ਰਣਾਮ ਕਰਾਂ। ਤੇ ਉਹ ਪਰਮਾਤਮਾ ਦਾ ਗੁਰੂ ਸਾਹਿਬ ਨੇ ਅੱਗੇ ਉਹਦਾ ਸਰੂਪ ਦੱਸਿਆ, ਉਹ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਮੂਲ ਮੰਤਰ ਦੀ ਗੁਰੂ ਸਾਹਿਬ ਨੇ ਦੱਸਿਆ, ਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹ ਸੱਚੇ ਪਾਤਸ਼ਾਹ ਹਮੇਸ਼ਾ ਹਮੇਸ਼ਾ ਤੋਂ ਹੀ ਇੱਕ ਹੈ। ਜਿੱਦਾਂ ਸੂਰਜ ਏਕੋ ਰੁੱਤ ਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਸਿਮਿਲਰਲੀ ਸੂਰਜ ਇੱਕ ਹੀ ਆ ਤੇ ਰੁੱਤਾਂ ਨੇਕਾਂ ਨੇ, ਇੱਦਾਂ ਹੀ ਤਰ੍ਹਾਂ ਸੱਚੇ ਪਾਤਸ਼ਾਹ ਇੱਕੋ ਇੱਕ ਹੀ ਆ, ਪਰ ਕਈ ਕਿਸਮ ਦੇ ਲੋਕ ਨੇ, ਡਿਫਰੈਂਟ ਬਲੀਫ ਨੇ। ਤੇ ਆ ਗੁਰੂ ਸਾਹਿਬ ਦੀ ਜਿਹੜੀ ਗੱਲ ਆ ਉਹ ਮੇਰੀ ਤੁਸ਼ ਬੁੱਧੀ ਸਮਝ ਆਈ। ਥੈਂਕ ਯੂ। So what should my take today? What should be my take? होनी चाहिए है ना कोई, for us to do homework. I thought you just gave us homework. So the questions you asked us, how do we become santok? Are we doing dhyan? We practice and live in awareness. Isn't that, do we live in partit?
Like answer all those questions. What are you doing today? Are you Yep. even following any of those? That's what I take from today's session. Manjeet ji. Okay, all of us are kind of deceived into external things that we do. ਕਿ ਜਦ ਤੱਕ ਅਸੀਂ ਇਹ thinking ਨੂੰ ਮਨ ਨੂੰ change ਨਹੀਂ ਕਰਾਂਗੇ, ਜਦ ਤੱਕ ਅਸੀਂ we don't bring all these qualities within our thinking and all of the qualities that are listed in this body, ਕਿ unless we do that, nothing is happening. ਜਿਹੜੇ ਅਸੀਂ ਬਾਹਰੋਂ ਢੋਂਗ ਰਚਾਏ ਹੋਏ ਨੇ ਉਹਨਾਂ ਦੇ ਨਾਲ ਤੇ ਕੁਝ ਹੋਣਾ ਨਹੀਂ. And unless we cleanse our mind and bring that into our thinking, contentment and usda dhyan, pratiti, and just a full trust or pratit in him, and always awareness that what I am outside is all destructible. There is nothing outside that I will carry or means anything. Yep. And I salute the one, and hopefully I can get that thinking or get that perspective. Thank you, Manjeet. Paramjit ji, Amarjit, Paramjit, please. ਛੋਟੇ ਲੱਗਦਾ ਸੀ ਛੋਟੀ ਜੀ ਪੌੜੀ ਹੈ 4 ਲਾਈਨਾਂ ਦੀ ਜਪਜੀ ਸਾਹਿਬ ਦੀ, ਬਟ ਮੈਨੂੰ ਅੱਜ ਕਾਫੀ ਲਾਂਤਾ ਵੀ ਪਿਆ, ਚਪੇੜਾ ਵੀ ਪਿਆ, ਇਤਨੀਆਂ ਕਿ I'm very emotional. I have so much to work on, so much, and I'm not ashamed to admit that in class that I'm crying inside because there's so much work to be done. So lesson hi hai pura, but couple of things dimag ch ho raha si. Main munda di gal soch si, mundra di bani ch kafi baar aanda hai, but I did not correlate कि क्यों इदा इतना आंदा, but I got it today. Maybe jogi us time पांदे सी, I was not aware इदा. बाकी जो सरम पचोली त्यान की करे विभूत उदा उदी translation कर रही सी. You know, growing up in a Buddhist country, सवेरे जो रोज monks नु देखदे सी begging bowls लेके करा दे सामने जाके मंगदे सी. हजे भी that's they are taught that this is what brings humility, the begging. So उन्होंने कराया जाता है कि इथों ही शुरू होता है, ये humility तो लियांदी है, तो उन्हां वास्ते वो चीज ठीक हैगी है, पर सारे गुरुआं ने उसनु object कर दिता. But for them that is also one way to, you know, bring humility and get to that जिथे भी उन्होंने पहुंचना है, जो कि सारे गुरुआं ने उन्होंने reject किया. So I don't know whether you can, you know, साडे वास्ते एक गलत चीज है, उन्हां वास्ते वो ठीक चीज है. ਉਹ ਤੇ ਜੋਗੀਆਂ ਲਈ ਵੀ ਤਾਂ ਠੀਕ ਸੀਗਾ ਨਾ. ਜੋਗੀ ਕਹਿੰਦੇ ਸੀ ਕਿ ਅਸੀਂ ਸਾਰੇ ਸੰਸਾਰ ਨੂੰ ਆਪਣੇ ਨਾਲ ਮਿਲਾਣਾ ਹੈ. ਉਹਨਾਂ ਦਾ ਫੇਥ ਹੈ ਨਾ, ਪਰ ਉਸ ਫੇਥ ਦੇ ਵਿੱਚ ਜਿਹੜੇ ਉਹ ਐਕਟ ਕਰ ਰਹੇ ਨੇ ਉਹ ਠੀਕ ਹੈ ਕਿ ਗਲਤ ਹੈ ਅਸੀਂ ਨਹੀਂ ਕਹਿ ਸਕਦੇ. ਗੁਰੂ ਸਾਹਿਬ ਉਹਨਾਂ ਨੂੰ ਦੱਸ ਰਹੇ ਨੇ, ਕਿਉਂਕਿ ਜੋਗ ਮਤ ਉਸ ਵੇਲੇ ਬੜਾ ਜ਼ੋਰਾਂ ਤੇ ਸੀਗਾ ਗੁਰੂ ਸਾਹਿਬ ਦੇ ਵੇਲੇ. ਉਸ ਤੋਂ ਬਾਅਦ ਬੁੱਧਿਜ਼ਮ ਦੇ ਵਿੱਚ ਵੀ ਇਸ ਤਰ੍ਹਾਂ ਹੀ, ਕਿਉਂਕਿ ਉਹਨਾਂ ਦੇ ਪਰਿਵਾਰ ਵੀ ਨਹੀਂ ਹੁੰਦੇ, ਖਿਆਲ ਰਹੇ. ਸੋ ਗੁਰੂ ਸਾਹਿਬ ਨੇ ਆਪਣਾ ਜਿਹੜਾ ਫਿਲਾਸਫੀ ਹੈ, ਆਪਣੀ ਜਿਹੜੀ ਟੀਚਿੰਗਸ ਨੇ, ਉਹ ਗ੍ਰਹਿਸਥ ਓਰੀਐਂਟਡ ਰੱਖੀਆਂ ਨੇ. ਇਟਸ ਵੈਰੀ ਇੰਪੋਰਟੈਂਟ ਸਾਰੇ ਬਾਣੀ ਦੇ ਵਿੱਚ. ਇੱਕ ਕਬੀਰ ਸਾਹਿਬ ਦਾ ਵੀ ਸ਼ਬਦ ਹੈਗਾ ਜੀ, ਮੈਂ ਮਿਸ ਕਰਤਾ ਸੀ. ਇਸ ਪੇਜ ਹੁਣ ਆਪਾਂ ਸਾਰੀ ਤੇ ਨਹੀਂ ਕਰ ਸਕਾਂਗੇ. 970 ਰਾਮਕਲੀ ਭਗਤ ਕਬੀਰ ਜੀ. ਸੇਮ ਭਗਤ ਕਬੀਰ ਜੀ ਕਹਿੰਦੇ ਨੇ, ਮੁੰਦਰਾ ਮੋਨ ਦਇਆ ਕਰ ਝੋਲੀ. ਸੇਮ ਪੱਤਰ ਕਾ ਕਰੋ ਵਿਚਾਰ ਰੇ, ਖਿੰਥਾ ਇਹ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ, ਐਸਾ ਜੋਗ ਕਮਾਵੋ ਜੋਗੀ,
जप तप संजम गुरमुख भोगी। सेम पैरेलल है। फिर बुद्ध विभूत चढ़ावो अपनी, सिंगी सुरत मिलाई, कह कर बैराग फिरो तन नगरी, मन की किंगरी बजाई। फिर पंच तत्त लै हृदय राखो, रहे निलालम ताड़ी, कहत कबीर सुनोरे संतो धर्म दया करवाड़ी। हाँ जी सारे पासे ਤੁਹਾਨੂੰ ਇੱਕੋ ਹੀ ਥਾਟ ਪ੍ਰੋਸੈਸ ਮਿਲੇਗਾ। हाँ जी वीर जी ਹਾਂਜੀ ਜੀ। और एक ठीक है ਹੋਰ ਸ਼ਬਦ ਸਟਾਰਟ ਕਰਨ ਦੀ ਬਜਾਏ ਸਾਰਿਆਂ ਦੇ ਸਾਨੂੰ ਵਿਊ ਲੈਣੇ ਪੈਣੇ ਚਾਹੀਦੇ ਸਾਰਿਆਂ ਦੇ। ਹਾਂਜੀ ਹਾਂਜੀ ਇਹੀ ਲੈ ਰਹੇ ਹਾਂ, ਸਾਰਿਆਂ ਇਹੀ ਲੈ ਦਾ ਰਹੇ ਹਾਂ। ਮੈਂ ਸਿਰਫ ਇਹਨਾਂ ਨੂੰ ਪੜ੍ਹ ਕੇ ਸੁਣਾਇਆ। 970 ਆਪਣਾ ਆਪਣਾ ਦੇਖਣਗੇ ਸਾਰੇ। ਵੀ ਡੋਂਟ ਹੈਵ ਟਾਈਮ। ਕਬੀਰ ਜੀ ਦਾ ਮੈਂ ਜਦ ਦੀ ਖੋਜ ਕਰ ਰਹੀ ਸੀ ਹੋਰ ਇੱਕ ਸ਼ਬਦ ਇਹਦੇ ਤੇ ਸੁਰਤ ਸਿਮਰਤ ਦੋਇ ਕੰਨੀ ਮੁੰਦਾ ਪਰਮਿਤ ਬਾਹਰ ਖਿੰਤ। देयर सो मेनी, क्योंकि हर एक भगत ने अपनी अपनी थां ते सारे जोगियां ਨੂੰ ਗੱਲਾਂ ਕੀਤੀਆਂ ਹੋਈਆਂ है ना। Amarjit ji, you have to add something on. What's your take? Ki basically you have to have a faith. There's no if and but. वाहिगुरू ते अगर भरोसा पूरा है, उसे चलाए मार्ग ते चलोगे तो फिर तुसी डोलोगे नहीं। बट मन नू we have to keep समझाना है, क्योंकि मन जीते जग जीत, which is a very hard. But if we follow the Vaiguru Guruji the path, we can achieve. That should be our goal. But sooner or later, if you follow that path with the blessing of Vaiguru, we can achieve. That's what it is. Ravdeep ji? I think ji is shabad which specific examples ਜਿਵੇਂ ਮੁੰਦਰਾ ਜਾਂ ਪਾਤਰ ਜਾਂ ਕੁਝ ਵੀ, I think ਅਗਰ ਅਸੀਂ ਆਪਣੀ ਲਾਈਫ ਨਾਲ ਦੇਖ ਕੇ ਉਸ ਨੂੰ ਐਕਸਟੈਂਡ ਕਰੀਏ ਬਾਕੀ ਚੀਜ਼ਾਂ ਨਾਲ ਵੀ ਜਿਹੜੀ ਸਾਡੀਆਂ ਹੋਰ ਵੀ ਹਨ instead of this, ਉਹ ਵੀ ਅਸੀਂ ਦੇਖੀਏ ਕਿ aligned hand ਜਾਂ ਨਹੀਂ ਹਨ ਗੁਰੂ ਨਾਲ, we can extend that. ਇੱਕ ਹੋਰ ਚੀਜ਼ ਸੀ ਕਿ ਜਿਸ ਤਰ੍ਹਾਂ ਖਿੰਤਾ ਕਾਲ ਅਸੀਂ ਮੋਸਟਲੀ ਕਰਦੇ ਹਾਂ ਕਿ ਮੌਤ ਦਾ ਡਰ ਹੋਣਾ ਚਾਹੀਦਾ। ਇਨ ਮਾਈ ਓਪੀਨੀਅਨ ਆਈ ਥਿੰਕ ਇੰਸਟੈਡ ਆਫ ਡਰ ਮੌਤ ਦਾ ਖਿਆਲ ਹੋਣਾ ਚਾਹੀਦਾ ਕਿ ਆਈ ਐਮ ਨਾਸ਼ਵੰਤ, ਕਿ ਮੈਂ ਹਮੇਸ਼ਾ ਨਹੀਂ ਰਹਿਣਾ। ਤੇ ਡਰ ਦੇ ਬਜਾਏ ਖਿਆਲ ਹੋਏ ਤੇ ਇਟਸ ਲਾਈਕ ਮੋਰ ਬੈਟਰ। ਯਾ ਵੈਰੀ ਗੁੱਡ। ਅਮਰਤੇਜ ਜੀ? ਆਪਣੇ ਆਪ ਨੂੰ ਬਣਾਉਣ ਵਾਸਤੇ ਸਾਨੂੰ ਵੀ ਆਪਣੇ ਵਿੱਚ ਕੀ ਕਹਿੰਦੇ ਨੇ ਸਾਰੀਆਂ ਜਿਹੜੀ ਚੀਜ਼ਾਂ ਦੱਸੀਆਂ ਨੇ ਉਹ ਸਭ ਨੂੰ ਸਾਡੇ ਵਿੱਚ ਵੀ ਆਉਣ। ਕਿਸ ਤਰ੍ਹਾਂ ਆਉਣ, ਇਹਦੇ ਵਾਸਤੇ ਸਾਨੂੰ ਆਪਣੇ ਖਿਆਲ ਜਿਹੜੇ ਨੇ ਬਦਲਣੇ ਪੈਣਗੇ। ਨਾ ਆਪਣੇ ਆਪ ਨੂੰ ਨਾਮ ਦੇ ਵਿੱਚ ਹੀ ਲਗਾਈ ਰੱਖਣਾ ਚਾਹੀਦਾ ਹੈ। ਤੇ ਜੇ ਸਾਰੀ ਜਗਤ ਦੀ ਚੀਜ਼ਾਂ ਨੇ ਉਹਨਾਂ ਤੋਂ ਦੂਰ ਤੇ ਨਹੀਂ ਹੋ ਸਕਦੇ, ਪਰ ਆਪਣੀ ਤਰਫੋਂ ਇਹੀ ਕੋਸ਼ਿਸ਼ ਹੋ ਸਕਦੀ ਹੈ ਕਿ ਯੂ ਨੋ ਵੀ ਆਰ ਨਾਟ ਫਾਲੋਇੰਗ ਆਲ ਦੋਜ਼ ਥਿੰਗਸ, ਉਹਨਾਂ ਦੇ ਪਿੱਛੇ ਨਾ ਜਾਈਏ, ਬਸ ਆਪਣੇ ਆਪ ਨੂੰ ਯੂ ਨੋ ਸਿਮਰਨ ਕਰੀਏ, ਪ੍ਰਤੀਤ ਕਰੀਏ ਕਿ ਹਾਂ ਵਾਹਿਗੁਰੂ ਜੋ ਕਹਿ ਰਿਹਾ ਉਸ ਨੂੰ ਹੀ ਅਸੀਂ ਫਾਲੋ ਕਰੀਏ। ਥੈਂਕ ਯੂ। ਅਰਜੀਤ ਜੀ? ਜਿਸ ਤਰ੍ਹਾਂ ਮੈਂ ਤਾਂ ਜਿਸ ਵੇਲੇ ਪੜ੍ਹਿਆ ਸੀ ਸ਼ਬਦ, ਮੈਂ ਤਾਂ ਇਸ ਤਰ੍ਹਾਂ ਕੰਪੈਰੀਜ਼ਨ ਹੀ ਪੜ੍ਹਿਆ ਸੀ। ਉਹਨਾਂ ਨੇ ਕਿਹਾ ਜੋਗੀਆਂ ਨੂੰ, ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ। ਹੁਣ ਉਹ ਚੀਜ਼ ਤਾਂ ਨਹੀਂ ਅਸੀਂ ਆਪਣੇ ਤੇ ਲਈਏ ਤਾਂ ਸਾਨੂੰ ਵੀ ਥੋੜ੍ਹਾ ਜਿਹਾ, ਜਿਸ ਤਰ੍ਹਾਂ ਈਗੋ ਸਾਡੇ ਲੋਕਾਂ 'ਚ ਬਹੁਤ ਜ਼ਿਆਦਾ ਈਗੋ ਹੈ ਵੀ ਮੈਂ ਇਸ ਤੋਂ ਉੱਚੀ ਹਾਂ, ਮੈਂ ਇਸ ਤੋਂ ਸੋਹਣਾ ਪਾਇਆ, ਮੈਂ ਇਸ ਤੋਂ ਅੱਛੇ ਘਰ ਹੀ ਰਹਿੰਦੀ ਹਾਂ। ਤੇ ਵੀ ਹੈਵ ਟੂ ਸਟਾਰਟ ਫਰੋਮ ਆਵਰਸੈਲਫ। ਸਾਨੂੰ ਚਾਹੀਦਾ ਕਿ ਵੀ ਇਹ ਮੰਨ ਲਈਏ ਕਿ ਵੀ ਪਾਤਸ਼ਾਹ ਦਾ ਪਾਤਸ਼ਾਹ ਉਹੀ ਹੈ, ਉਸੀ ਨੂੰ ਧਿਆਈਏ, ਉਸੀ ਦੇ ਰਸਤੇ ਤੇ ਚੱਲੀਏ। ਬਾਕੀ ਕੀ ਕਹਿੰਦੇ ਨੇ ਦੁਨੀਆ ਧਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ ਹੈ। ਜਿਸ ਤਰ੍ਹਾਂ ਲੋਕ ਯੂ ਨੋ ਆਈ ਮੀਨ ਦੇਖੀਦਾ ਵੀ ਠੀਕ ਹੈ, ਸੇਵਾ ਵੀ ਬਹੁਤ ਜ਼ਰੂਰੀ ਹੈ, ਲੇਕਿਨ ਰੱਬ ਦੀ ਉਸਤਤ ਕਰਨਾ, ਸਬਰ ਕਰਨਾ, ਸੰਤੋਖ ਰੱਖਣਾ, ਕੀ ਕਹਿੰਦੇ ਨੇ ਧਿਆਨ ਲਗਾਉਣਾ, ਵਿਕਾਰਾਂ ਤੋਂ ਦੂਰ ਰਹਿਣਾ,
ਤੇ ਸ਼ਰਧਾ ਰੱਬ ਦੇ ਵਾਸਤੇ ਹੋਏ, ਬਸ ਉਹੀ ਇੱਕ ਹੈ, ਅਜੂਨੀ ਹੈ, ਨਿਰੰਕਾਰ ਹੈ, ਜੋ ਵੀ ਹੈ ਉਹੀ ਇੱਕ ਹੈ ਜੋ ਸਾਨੂੰ ਐਂਡ 'ਚ ਕੰਮ ਆਏਗਾ। ਬਾਕੀ ਚੀਜ਼ਾਂ ਤਾਂ ਸਭ ਇੱਥੇ ਹੀ ਰਹਿ ਜਾਣੀਆਂ ਨੇ। Thank you, all of you. Any additional thought of anyone before I we guess, close? you know, I'm going to be my own critic. I poked into the hornet's nest, I guess, and so yeah, we need to have all those qualities. And I guess when we go about in society, we should remind ourselves of our dastar. Our image is of Sardari, image of honesty, and I need to be honest to live up to that image, which is a quality I need to have. I guess, you know, when I do things or write things, my kada is supposed to reflect to me that, you know, am I doing the right thing? Am I doing the satyar thing? Am I doing the honest thing? And when I put my hand in my pocket and feel my kripan, I guess that should invoke in me that, you know, as a reminder, as an external stimuli for me to remind myself that, you know, I need to have santok, I need to have saram, I need to have dheeraj, I need to be in humility. I need to have PR when I engage with somebody or speak about or to somebody. I need to be in awareness of the oneness, be in the oneness. I need to have daya. And these are the qualities, and I got to make this as my dharam, my religion, a way of life. And only then can I conquer my mind and get to this man jite jagjit. And if I can do that, then I can honestly bow to Waheguru. So I guess these external stimuli that I criticize, I didn't criticize, I'm questioning that Guru Nanak on one hand at the very beginning of the spectrum talked and reminded people about external symbols versus internal values. And at the other end of the spectrum, Guru Gobind Singh instilled these Panchakakars on us. And so I think those external stimuli shouldn't be taken for granted, but should instill in us the core values that we need to have. And that's the only way we can seek liberation in this life. Hanji. Thank you, all of you. समाप्ति करिए जी। कार सिंह जी, परमिंदर सिंह ते आए नहीं। हाँ जी, थैंक यू। स्पेयर व्हील तो एक ही है ना फिर। So just before Karl Singh does that, Sadhu Ghosh suddenly has piqued my interest in it. It's I think about 8 pages in the Guru Granth Sahib. Could we be doing this after we finish maybe Name Melody Slok or Japji Sahib is coming to an end? Sorry, say it again. Could we be discussing Sadhu Ghosh in our class in the future? I haven't thought about it yet. Okay. Changa. We might. Okay. I don't know. All right. Thank you. Do you want to tell about Monday? Like. Oh yes, thank you, Ravdeep. Thank you so very much. I'm so proud of you, man. मेरी वो पाशा कहते ने मैं अंदले की हाँ जी, समाप्ति करिए जियो मालक हो तुसी नहीं तो तुम आप करो नहीं तुसी अगे चला लो एक अपना और रख लो छोटा जा समागम साडा की है नहीं साढ़े ते हाले 7 बजे 6:30 बजे फिर सरदार कर लो घंटा को और मैं कह रवनीत सिंह तो करा लो हाँ जी इतने बिजी कर लेंगे रवनीत सिंह जी करो रवदीप रवदीप I'm sorry
ਫਿਰ ਤੁਸੀਂ ਨਹੀਂ ਕਰਨਾ? ਚਲੋ ਰਵਦੀਪ ਜੀ ਕਰੋ। ਵਾਹਿਗੁਰੂ। ਮੁੰਦਾ ਸੰਤੋਖ ਸ਼ਰਮਪਤ, sorry, 1 minute. Always. Yeah, it was there. ਮੁੰਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ 3 ਵਸਤੂ ਪਈਓ, ਤਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ठाकुर का पयो, जिसका शब्द आधारो। जे को खावे जे को पुंचै, तिसका होए उदारो। ए वस्त तजी नह जाई, नित नित रख उरतारो। तम संसार चरण लग तरिए, सब नानक भ्रम पसारो। श्लोक महला पंजवा। तेरा कीता जातो नाही, मैनो जोग की तोई। मैं निर्गुण्यारे को गुण नाही, आपे तरस पयोई। तरस पया मेहरामत होई, सतगुर सज्जन मिलया। नानक नाम मिलै तां जीवा, तन मन थीवै हरिया। तरस पया मेहरामत होई, सतगुर सजन मिलया। नानक नाम मिलै तां जीवा, तन मन थीवै हरिया। वाहिगुरु जी का खालसा, वाहिगुरु जी की ਵਾਹਿਗੁਰੂ ਜੀ ਕੀ ਫਤਿਹ।